ਹਾਲੇਲੂਇਆ। ਸੋ ਖੁਦਾ ਦਾ ਸ਼ੁਕਰ ਕਰਦੇ ਹਾਂ, ਉਹਦੀ ਦਇਆ, ਉਹਦੀ ਮੁਹੱਬਤ ਦੇ ਵਾਸਤੇ, ਉਹਦੀ ਵੱਡੀ ਕਿਰਪਾ ਦੇ ਲਈ। ਔਰ ਜੈਸਾ ਕਿ ਤੁਸੀਂ ਜਾਣਦੇ ਹੋ, ਅਸੀਂ ਸਿੱਖ ਰਹੇ ਹਾਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਕਿ ਉਹਨੇ ਆਪਣੀ ਰੌਸ਼ਨੀ ਨੂੰ ਸਾਡੇ ਉੱਤੇ ਜ਼ਾਹਰ ਕੀਤਾ। ਔਰ ਸਿਰਫ ਉਹਨੇ ਸਾਨੂੰ ਰੌਸ਼ਨੀ ਦੇ ਵਿੱਚ ਲਿਆਂਦਾ ਨਹੀਂ, ਬਲਕਿ ਸਾਡੇ ਲਈ ਐਲਾਨ ਕੀਤਾ ਕਿ ਤੁਸੀਂ ਵੀ ਨੂਰ ਹੋ, ਔਰ ਤੁਹਾਡਾ ਜਿਹੜਾ ਨੂਰ ਆ ਉਹ ਦੁਨੀਆ ਦੇ ਉੱਤੇ ਚਮਕਣਾ ਚਾਹੀਦਾ ਹੈ। ਯਾਨੀ ਤੁਹਾਡੇ ਇੱਕ ਪਰਮੇਸ਼ਵਰ ਨੇ ਆਪਣਾ ਨੂਰ ਆਪਣੇ ਲੋਕਾਂ ਦੇ ਵਿੱਚ ਦਿੱਤਾ, ਔਰ ਪਰਮੇਸ਼ਵਰ ਹੁਣ ਚਾਹੁੰਦਾ ਹੈ ਕਿ ਇਹ ਨੂਰ ਹੁਣ ਅੱਗੇ ਲੋਕਾਂ ਦੇ ਵਿੱਚ ਵੀ ਪਹੁੰਚੇ, ਤਾਂ ਕਿ ਜਿਸ ਨੂਰ ਦੇ ਵਿੱਚ ਖੁਦਾ ਸਾਨੂੰ ਲੈ ਕੇ ਆਇਆ, ਉਸੇ ਨੂਰ ਦੇ ਵਿੱਚ ਉਹ ਹੁਣ ਸਾਡੇ ਦੁਆਰਾ ਬਹੁਤਿਆਂ ਨੂੰ ਵੇਖਣਾ ਚਾਹੁੰਦਾ ਹੈ। ਇਸ ਲਈ ਹੁਣ ਨੀਂਦਰ ਤੋਂ ਜਾਗਣ ਦਾ ਵੇਲਾ ਤੇ ਬਹਾਨੇ ਜਿਹੜੇ ਆ ਉਹ ਖਤਮ ਕਰਨ ਦਾ ਵੇਲਾ, ਤੇ ਪਰਮੇਸ਼ਵਰ ਦੇ ਲਈ ਕੰਮ ਕਰਨ ਦਾ ਵੇਲਾ। ਸੋ ਵੇਲੇ ਦੇ ਉੱਤੇ ਤੇ ਬੜਾ ਕੁਝ ਸੁਲੇਮਾਨ ਬਾਦਸ਼ਾਹ ਨੇ ਲਿਖਿਆ ਕਿ ਇੱਕ ਕੰਮ ਕਰਨ ਦਾ ਵੇਲਾ ਆ, ਇੱਕ ਵਿਹਲੇ ਰਹਿਣ ਦਾ ਵੀ ਵੇਲਾ ਆ, ਇੱਕ ਸੌਣ ਦਾ ਵੇਲਾ ਤੇ ਇੱਕ ਜਾਗਣ ਦਾ ਵੇਲਾ ਆ, ਇੱਕ ਜਿਉਂਦੇ ਰਹਿਣ ਦਾ ਵੇਲਾ ਤੇ ਇੱਕ ਮਰਨ ਦਾ ਵੀ ਵੇਲਾ ਆ। ਇੱਕ ਵੇਲਾ ਅੱਜ ਆ ਜਿਹੜਾ ਉਹਨੇ ਸਾਡੀ ਜ਼ਿੰਦਗੀ 'ਚ ਬਖਸ਼ਿਆ ਕਿ ਅਸੀਂ ਇਸ ਵੇਲੇ ਦਾ ਫਾਇਦਾ ਉਠਾਈਏ, ਔਰ ਉਹਦੇ ਵਚਨ ਦੇ ਵਿੱਚੋਂ ਅਸੀਂ ਬਰੀਕੀ ਦੇ ਨਾਲ ਸਿੱਖ ਸਕੀਏ। ਸੋ ਜਿਹੜੇ ਨੂਰ ਦੇ ਵਿੱਚ ਆ ਉਹਨਾਂ ਨੂੰ ਹੁਣ ਕੁਛ ਕਰਨਾ ਪੈਣਾ ਹੈ। ਪਰਮੇਸ਼ਵਰ ਕਦੇ ਵਿਹਲਾ ਨਹੀਂ ਬਹਿੰਦਾ, ਪਰਮੇਸ਼ਵਰ ਕਦੇ ਵਿਹਲਾ ਨਹੀਂ ਬਹਿੰਦਾ। ਔਰ ਪਰਮੇਸ਼ਵਰ ਆਪਣੀ ਔਲਾਦ ਤੋਂ ਵੀ ਇਹੋ ਉਮੀਦ ਕਰਦਾ ਆ ਕਿ ਉਹਦੀ ਔਲਾਦ ਵੀ ਵਿਹਲੀ ਨਾ ਬੈਠੇ। ਸੋ ਉਹ ਬਿਨਾਂ ਰੁਕਿਓਂ ਕੰਮ ਕਰਦਾ ਆ, ਉਸੇ ਤਰ੍ਹਾਂ ਉਹ ਚਾਹੁੰਦਾ ਆ ਅਸੀਂ ਵੀ ਬਿਨਾਂ ਰੁਕੇ ਤੋਂ ਕੰਮ ਕਰੀਏ। ਪਰਮੇਸ਼ਵਰ ਦੇ ਆਰਾਮ ਦੇ ਵੇਲੇ ਵਿਖੇ ਅਸੀਂ ਸਿਰਫ ਵਚਨ ਚੋਂ ਇੱਕ ਆਇਤ ਪੜ੍ਹਦੇ ਹਾਂ, उत्पत्ति की किताब 2 अध्याय की 2 आयत। और परमेश्वर ने अपना काम जिसे वह करता था 7वें दिन समाप्त किया। यानी कि परमेश्वर ने जिहड़े काम नूं करन दे लई हत्थ पाया सी ना, उन्नू पहला उन्ने समाप्त किया। हुण असीं विचार करिए, जिहड़े असीं रोशनी दे पुत्तर हां, जिन्हां दे उत्ते उन्ने अपनी रोशनी नूं प्रगट किया। ਸਾਡੇ ਪਿਤਾ ਪਰਮੇਸ਼ਵਰ ਨੇ ਜਿਹੜਾ ਕੰਮ ਕਰਨ ਦੇ ਲਈ ਉਹਨੇ ਠਾਣਿਆ ਸੀ ਇਸ ਯੂਨੀਵਰਸਲ ਨੂੰ ਬਣਾਉਣ ਦੇ ਵੇਲੇ 'ਚ, ਉਸ ਸਾਰੇ ਕੰਮ ਨੂੰ ਪਰਮੇਸ਼ਵਰ ਨੇ ਪੂਰਾ ਕੀਤਾ। ਜਿਵੇਂ ਲਿਖਿਆ, ਔਰ ਪਰਮੇਸ਼ਵਰ ਨੇ ਆਪਣਾ ਕੰਮ ਜਿਸੇ ਵह ਕਰਤਾ ਥਾ 7वें दिन ਸਮਾਪਤ ਕੀਤਾ, ਜਿਹੜਾ ਕੰਮ ਕਰਦਾ ਸੀ। ਔਰ ਇਹਦੇ ਵਿਖੇ ਸੰਤ ਪਲੂਸ ਨੇ ਬੜਾ ਵਧੀਆ ਲਿਖਿਆ। ਕਈ ਲੋਕ ਸਬਤ ਦੇ ਵਿਖੇ ਕਈ ਲੋਕ ਵਿਚਾਰੇ ਪੰਜਾਬੀ ਜਿੱਦਾਂ ਆਪਾਂ ਕਹਿ ਦਿੰਦੇ ਵੀ ਰੋਣਾ ਧੋਣਾ ਰੋਂਦੇ ਰਹਿੰਦੇ, ਨਹੀਂ ਸਬਤ ਨੂੰ ਇੱਦਾਂ ਹੋਣਾ ਚਾਹੀਦਾ, ਨਹੀਂ ਸਬਤ ਸੀਗਾ, ਨਹੀਂ ਸਬਤ ਨੂੰ ਬੰਦਗੀ ਕਰਨੀ ਚਾਹੀਦੀ, ਨਹੀਂ ਸਬਤ ਨੂੰ ਵਿਸ਼ਰਾਮ ਕਰਨਾ ਚਾਹੀਦਾ। ਸੋ ਇਹਦੇ ਵਿਖੇ ਸੰਤ ਪਲੂਸ ਨੇ ਬੜਾ ਜ਼ਬਰਦਸਤ ਗੱਲ ਲਿਖੀ ਹੈ। ਇਸੇ ਗੱਲ ਦਾ ਉਹ ਜਵਾਬ ਹੈ ਜਿਵੇਂ ਇੱਥੇ ਲਿਖਿਆ, ਪਰਮੇਸ਼ਵਰ ਨੇ ਆਪਣਾ ਕੰਮ ਜਿਸੇ ਵह ਕਰਤਾ ਥਾ 7वें दिन ਸਮਾਪਤ ਕੀਤਾ। यानी कि ਜਿਹੜਾ ਕੰਮ ਕਰਨ ਦੀ ਪਰਮੇਸ਼ਰ ਠਾਣ ਲਈ ਸੀ, ਉਸ ਸਾਰੇ ਕੰਮ ਨੂੰ ਕੀ ਕੀਤਾ, ਉਹਨੇ ਸਮਾਪਤ ਕੀਤਾ। और उसने अपने किए हुए सारे काम से 7वें दिन विश्राम किया। ਜਿਹੜਾ ਉਹਨੇ ਜੋ ਵੀ ਕੰਮ ਕੀਤਾ 6 ਦਿਨਾਂ 'ਚ ਮੁਕੰਮਲ ਕੀਤਾ ਤੇ 7ਵੇਂ ਦਿਨ ਆਰਾਮ ਕੀਤਾ। ਯਾਨੀ ਕਿ ਕੰਮ ਮੁਕੰਮਲ ਕਰਕੇ ਆਰਾਮ ਕੀਤਾ, ਔਰ ਇਹ 7ਵਾਂ ਦਿਨ ਹੀ ਆਰਾਮ ਦੇ ਲਈ ਠਹਿਰਿਆ ਫਿਰ। ਔਰ ਸੰਤ ਪਲੂਸ ਇਹਦੇ ਬਾਰੇ ਲਿਖਦਾ ਆ ਕਿ ਸਾਡੇ ਪਿਤਾ ਨੇ ਵੀ ਆਪਣਾ ਸਾਰਾ ਕੰਮ ਸਮਾਪਤ ਕਰਕੇ ਤੇ ਫਿਰ ਆਰਾਮ ਕੀਤਾ, ਸਾਰਾ ਕੰਮ ਸਮਾਪਤ ਕਰਕੇ ਫਿਰ ਆਰਾਮ ਕੀਤਾ। ਕਹਿੰਦਾ ਉਸੇ ਤਰ੍ਹਾਂ ਅਸੀਂ ਵੀ ਜਿਹੜਾ ਕੰਮ ਪਿਤਾ ਨੇ ਸਾਨੂੰ ਬਖਸ਼ਿਆ
ਉਸ ਕੰਮ ਦੇ ਵਿੱਚ ਵੀ ਅਸੀਂ ਦਿਨ ਰਾਤ ਲੱਗੇ ਹੋਏ ਹਾਂ। ਤੇ ਜਿਵੇਂ ਸਾਡੇ ਪਿਤਾ ਪਰਮੇਸ਼ਵਰ ਨੇ ਸਾਰਾ ਕੰਮ ਸਮਾਪਤ ਕਰਕੇ ਆਰਾਮ ਕੀਤਾ, ਉਸੇ ਤਰ੍ਹਾਂ ਕਹਿੰਦਾ ਜਦੋਂ ਅਸੀਂ ਵੀ ਆਪਣੇ ਹਿੱਸੇ ਦਾ ਸਾਰਾ ਕੰਮ ਸਮਾਪਤ ਕਰਕੇ ਇਸ ਧਰਤੀ ਉੱਤੇ ਰਹਿੰਦੇ ਹੋਏ ਨਜਾਤ ਦੇ ਕੰਮ ਨੂੰ ਪੂਰਾ ਕਰਕੇ, ਔਰ ਸਿਰਫ ਆਪਣੀ ਨਜਾਤ ਦੇ ਕੰਮ ਨੂੰ ਨਹੀਂ ਬਲਕਿ ਬਹੁਤਿਆਂ ਦੇ ਲਈ ਨਜਾਤ ਦਾ ਇੱਕ ਕਾਰਨ ਵੀ ਬਣ ਕੇ ਇੱਕ ਵਜ੍ਹਾ ਬਣੀ ਹੈ, ਉਹ ਸਾਰਾ ਕੰਮ ਜਿਹੜਾ ਪਰਮੇਸ਼ਵਰ ਨੇ ਬਖਸ਼ਿਆ ਉਹ ਸਾਰਾ ਸਮਾਪਤ, ਕਿਉਂਕਿ ਉਹਨੇ ਵੀ ਸਾਰਾ ਸਮਾਪਤ ਕਰਕੇ ਆਰਾਮ ਕੀਤਾ, ਔਰ ਉਹਦੇ ਸਾਰੇ ਕੰਮ ਦੀ ਜਿਹੜੀ ਸਮਾਪਤੀ ਹੈ ਉਹ 7ਵੇਂ ਦਿਨ ਦੇ ਵਿੱਚ ਹੋਈ, ਔਰ 7ਵੇਂ ਦਿਨ ਨੂੰ ਉਹਨੇ ਵਿਸ਼ਰਾਮ ਠਹਿਰਾਇਆ। ਸਾਰੇ ਕੰਮ ਦੀ ਸਮਾਪਤੀ 6ਵੇਂ ਦਿਨ ਚ ਹੋਈ, 7ਵੇਂ ਦਿਨ ਨੂੰ ਉਹਨੇ ਵਿਸ਼ਰਾਮ ਠਹਿਰਾਇਆ। ਸੋ ਪਿਤਾ ਪਰਮੇਸ਼ਵਰ ਨੇ ਸਾਨੂੰ ਵੀ ਕੰਮ ਦਿੱਤਾ, ਸਿੱਧ ਹੋਣਾ ਹੈ। ਕਿਹੜਾ ਕੰਮ ਬਖਸ਼ਿਆ ਨੇ ਸਾਨੂੰ? ਅਸੀਂ ਆਪਣੀ ਜ਼ਿੰਦਗੀ ਦਾ ਆਖਰੀ ਸਾਹ ਲਈਏ ਤੇ ਫਿਰ ਇਸ ਸਰੀਰ ਦੇ ਵਿੱਚੋਂ ਕੂਚ ਕਰੀਏ, ਉਸ ਤੋਂ ਪਹਿਲਾਂ ਅਸੀਂ ਸਿੱਧ ਹੋਣ ਦੇ ਕੰਮ ਨੂੰ ਆਪਣੇ ਜੀਵਨ ਦੇ ਵਿੱਚ ਪੂਰਾ ਕਰਨਾ ਹੈ। ਔਰ ਸਿਰਫ ਸਿੱਧ ਹੋਣ ਦੇ ਕੰਮ ਨੂੰ ਆਪਣੇ ਜੀਵਨ 'ਚ ਪੂਰਾ ਨਹੀਂ ਕਰਨਾ, ਬਲਕਿ ਬਹੁਤਿਆਂ ਤੱਕ ਇਸ ਸਿੱਧਤਾ ਦੇ ਪੈਗਾਮ ਨੂੰ ਲੈ ਕੇ ਜਾਣਾ, ਔਰ ਫਿਰ ਉਸ ਕੰਮ ਨੂੰ ਨਿਭਾਉਣਾ ਆ ਪੂਰੀ ਵਫਾਦਾਰੀ ਤੇ ਇਮਾਨਦਾਰੀ ਦੇ ਨਾਲ। ਇਸ ਲਈ ਖੁਦਾ ਦਾ ਦਾਸ ਸੰਤ ਪੌਲੁਸ ਲਿਖਦਾ ਕਿ ਪਿਤਾ ਨੇ ਵੀ ਸਾਰੇ ਕੰਮ ਨੂੰ ਨਿਬੇੜ ਕੇ ਫਿਰ ਆਰਾਮ ਕੀਤਾ। ਉਸੇ ਤਰ੍ਹਾਂ ਕਹਿੰਦਾ ਜਿਹੜਾ ਕੰਮ ਫਿਰ ਹੁਣ ਸਾਨੂੰ ਉਹਨੇ ਬਖਸ਼ਿਆ ਹੋਇਆ ਆ, ਉਸ ਕੰਮ ਨੂੰ ਮੁਕੰਮਲ ਕਰਕੇ ਜਦੋਂ ਅਸੀਂ ਪਿਤਾ ਦੀ ਗੋਦ ਦੇ ਵਿੱਚ ਜਾ ਕੇ ਬੈਠਾਂਗੇ, ਉਹ ਸਾਡੇ ਲਈ ਸਬਤ ਦਾ ਆਰਾਮ ਹੋਵੇਗਾ। ਸੋ ਆਰਾਮ ਤੋਂ ਭਾਵ ਜਿਹੜਾ ਕੰਮ ਬਖਸ਼ਿਆ ਗਿਆ ਉਹਨੂੰ ਮੁਕੰਮਲ ਕਰੋਗੇ ਤੇ ਫਿਰ ਉਹ ਤੁਹਾਡੇ ਲਈ ਵਿਸ਼ਰਾਮ ਦਾ ਦਿਨ ਆ। ਕੰਮ ਨੂੰ ਵਿੱਚੇ ਛੱਡ ਕੇ, ਕੰਮ ਨੂੰ ਵਿੱਚੇ ਲਟਕਾ ਕੇ ਅਗਰ ਅਸੀਂ ਆਰਾਮ ਕਰਦੇ ਹਾਂ ਤੇ ਇਹ ਆਰਾਮ ਸਾਡੇ ਲਈ ਫਿਰ ਹਰਾਮ ਆ। ਫਿਰ ਅਸੀਂ ਵਚਨ ਨੂੰ ਸਮਝੋ ਸਹੀ ਤਰ੍ਹਾਂ ਬਰੀਕੀ ਦੇ ਨਾਲ ਸਮਝ ਨਹੀਂ ਪਾ ਰਹੇ। ਸੋ ਪਿਤਾ ਨੇ ਸਾਰੇ ਕੰਮ ਤੋਂ ਵਿਹਲਿਆਂ ਹੋ ਕੇ ਆਰਾਮ ਕੀਤਾ, ਕੰਮ ਮੁਕੰਮਲ ਕਰਕੇ। ਸੋ ਸਾਨੂੰ ਵੀ ਜਿਹੜਾ ਕੰਮ ਦਿੱਤਾ ਆ, ਅਸੀਂ ਵੀ ਉਸ ਪੂਰੇ ਕੰਮ ਨੂੰ ਮੁਕੰਮਲ ਕਰਕੇ ਸਮਾਪਤ ਕਰਕੇ ਜਦੋਂ ਪਿਤਾ ਦੀ ਗੋਦ ਦੇ ਵਿੱਚ ਜਾ ਕੇ ਬੈਠਾਂਗੇ, ਸਾਡੇ ਲਈ ਉਹ ਸਬਤ ਦਾ ਆਰਾਮ ਹੋਵੇਗਾ। ਸੋ ਕੰਮ ਪੂਰਾ ਕੀਤੇ ਤੋਂ ਬਿਨਾਂ ਜਿਹੜਾ ਆਰਾਮ ਕਰਦਾ ਆ, ਉਹਨੂੰ ਤੇ ਦੁਨੀਆ ਦੇ ਵਿੱਚ ਵੀ ਇੱਜ਼ਤ ਨਹੀਂ ਮਿਲਦੀ। ਮਿਸਾਲ ਦੇ ਤੌਰ ਦੇ ਉੱਤੇ ਤੁਹਾਡੇ ਕੋਲ ਨੌਕਰ ਚਾਕਰ ਨੇ, ਤੁਸੀਂ ਉਹਨਾਂ ਨੂੰ ਕੰਮ ਦਿੱਤਾ ਹੈ, ਮੰਨ ਕੇ ਚਲੋ 8 ਘੰਟੇ ਦੀ ਤੁਸੀਂ ਉਹਨਾਂ ਨੂੰ ਡਿਊਟੀ ਦੇ ਦਿੱਤੀ, ਉਹਨਾਂ ਦੱਸਤਾ ਵੀ ਤੁਸੀਂ ਇਸ 8 ਘੰਟੇ ਕੰਮ ਕਰਨਾ, 9 ਘੰਟੇ ਲਈ ਤੁਸੀਂ ਉਹਨਾਂ 1 ਘੰਟਾ ਤੁਸੀਂ ਵਿੱਚ ਆਰਾਮ ਕਰ ਸਕਦੇ ਹੋ, 8 ਘੰਟੇ ਤੁਸੀਂ ਪੂਰਾ ਕੰਮ ਤੇ ਨਜ਼ਰ ਆਉਣੇ ਚਾਹੀਦੇ ਆ। ਤੇ ਹੁਣ ਤੁਸੀਂ ਉਹਨਾਂ ਨੂੰ ਇੱਕ ਟਾਰਗੇਟ ਵੀ ਦਿੰਦੇ ਹੋ, ਭਾਈ ਇਹਨਾਂ 8 ਘੰਟਿਆਂ ਵਿੱਚ ਇੰਨਾ ਕੰਮ ਜਿਹੜਾ ਨਾ ਉਹ ਚਾਹੀਦਾ ਆ। ਤੇ ਹੁਣ ਉਹ ਬਿਨਾਂ ਕੰਮ ਕਰੇ ਤੋਂ ਜਿਹੜੇ ਲੋਕ ਬੈਠੇ ਮਾਲਕ ਨੂੰ ਨਜ਼ਰ ਆਉਂਦੇ ਆ, ਮਾਲਕ ਕਿੱਡਾ ਵੀ ਚੰਗਾ ਕਿਉਂ ਨਾ ਹੋਵੇ, ਪਰ ਅੰਦਰ ਉਹਦੇ ਇੱਕ ਕ੍ਰੋਧ ਦੀ ਲਹਿਰ ਉੱਠਦੀ ਹੈ। ਇਸ ਲਈ ਉੱਠਦੀ ਹੈ ਕਿ ਇਹਨਾਂ ਨੂੰ ਜਿਹੜਾ ਟਾਰਗੇਟ ਦਿੱਤਾ ਸੀ ਉਹਨੂੰ ਇਹਨਾਂ ਨੇ ਪੂਰਾ ਨਹੀਂ ਕੀਤਾ। ਜਿੰਨਾ ਕੰਮ ਇਹਨਾਂ ਨੂੰ ਕਰਨਾ ਚਾਹੀਦਾ ਸੀ ਉਹ ਇਹਨਾਂ ਨੇ ਪੂਰਾ ਨਹੀਂ ਕੀਤਾ। ਵਫਾਦਾਰ ਮਾਲਕ ਹੋਵੇਗਾ ਤੇ ਫਿਰ ਉਹਦੀ ਇੱਕ ਹੋਰ ਵੀ ਖੂਬੀ ਹੈ, ਬੇਸ਼ੱਕ ਉਹਨੇ ਕੰਮ ਕਰਨ ਦੇ ਲਈ ਬੰਦੇ 8 ਘੰਟੇ ਵਾਸਤੇ ਲਿਆਂਦੇ ਹੋਣ, ਔਰ ਉਹਨਾਂ 8 ਘੰਟਿਆਂ ਦੇ ਵਿੱਚ ਉਹਨੇ ਉਹਨਾਂ ਨੂੰ ਇੱਕ ਟਾਰਗੇਟ ਦੇ ਦਿੱਤਾ ਹੋਵੇ ਵੀ ਇਹਨਾਂ 8 ਘੰਟਿਆਂ ਦੇ ਵਿੱਚ ਤੁਸੀਂ ਆਹ ਕੰਮ ਨਿਬੇੜਨਾ ਆ। ਇਹ ਹੁਣ ਕੰਮ ਨਿਬੇੜਨ ਵਾਲੇ ਦੇ ਉੱਤੇ ਡਿਪੈਂਡ ਆ। ਅਗਲਾ ਉਸ ਕੰਮ ਨੂੰ ਭਾਵੇਂ 4 ਘੰਟੇ 'ਚ ਨਿਬੇੜ ਕੇ ਬੈਠ ਜਾਵੇ, ਲੇਕਿਨ ਕੰਮ ਪੂਰਾ ਕਰਕੇ ਜੇ ਬੈਠਾ ਹੋਵੇਗਾ ਤੇ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਜਿਵੇਂ ਕੰਮ ਮੁਕੰਮਲ ਕਰਨ ਵਾਲਿਆਂ ਦੇ ਲਈ ਇੱਕ ਜਗ੍ਹਾ ਆ, ਉਸੇ ਤਰ੍ਹਾਂ ਫਿਰ ਉਸ ਮਾਲਕ ਦੀ ਨਜ਼ਰ ਦੇ ਵਿੱਚ ਵੀ ਜਿਹੜਾ ਕੰਮ ਨਿਬੇੜ ਕੇ ਬੈਠਾ ਹੋਵੇਗਾ, ਉਹਦੇ ਲਈ ਮਾਲਕ ਦੇ ਮਨ ਵਿੱਚ ਕੋਈ ਗੁੱਸਾ, ਕੋਈ ਗਿਲਾ, ਕੋਈ ਕ੍ਰੋਧ ਨਹੀਂ ਹੋ। ਕਿਉਂ? ਫਿਰ ਉਹ ਘੰਟਿਆਂ ਨੂੰ ਨਹੀਂ ਗਿਣੂਗਾ ਕਿ ਇਹਨੂੰ 8 ਘੰਟੇ ਲਈ ਕੰਮ ਤੇ ਲਿਆਂਦਾ ਸੀ।
ਫਿਰ ਉਹ ਇਸ ਚੀਜ਼ ਨੂੰ ਦੇਖੂਗਾ ਕਿ ਇਹਨੂੰ ਟਾਰਗੇਟ ਕਿੰਨਾ ਦਿੱਤਾ ਸੀ। ਸੋ ਅਸੀਂ ਤੁਸੀਂ ਜਿੰਨੇ ਵੀ ਪਰਮੇਸ਼ਰ ਨੇ ਬੁਲਾਏ ਨਾ, ਸਾਨੂੰ ਟਾਰਗੇਟ ਦੇ ਕੇ ਪਰਮੇਸ਼ਰ ਨੇ ਸਾਨੂੰ ਠਹਿਰਾਇਆ ਆ। ਔਰ ਸਾਨੂੰ ਪਤਾ ਹੋਣਾ ਚਾਹੀਦਾ ਵੀ ਮੇਰੇ ਜੀਵਨ ਦੇ ਵਿੱਚ ਪ੍ਰਭੂ ਨੇ ਮੈਨੂੰ ਆਹ ਕੰਮ ਦਿੱਤਾ ਆ ਤੇ ਇਹਨੂੰ ਮੈਂ ਨਿਬੇੜਨਾ ਆ, ਇਹਨੂੰ ਨਿਬੇੜਨਾ ਹੀ ਮੇਰੀ ਡਿਊਟੀ ਹੈ। ਉਦਾਹਰਨ ਹੈ ਨਾ, ਬਾਈਬਲ ਦੇ ਵਿੱਚ ਉਹਨੇ ਕਾਮੇ ਲਾਏ, 8 ਘੰਟੇ ਵਾਲੇ ਲਾਏ, 6 ਘੰਟਿਆਂ ਵਾਲੇ ਲਾਏ, 4 ਘੰਟਿਆਂ ਵਾਲੇ ਲਾਏ, 2 ਘੰਟਿਆਂ ਵਾਲੇ ਲਾਏ, 1 ਘੰਟੇ ਵਾਲਾ ਲਾਇਆ। ਤੇ ਫਿਰ ਮਜ਼ਦੂਰੀ ਦੇਣ ਦੀ ਜਦੋਂ ਵਾਰੀ ਆਈ ਤੇ ਉਹਨੇ ਸਾਰਿਆਂ ਨੂੰ ਬਰਾਬਰ ਦਿੱਤੀ। ਇਸ ਲਈ ਦਿੱਤੀ ਕਿ 1 ਘੰਟੇ ਵਾਲੇ ਨੇ 1 ਘੰਟੇ ਦੇ ਵਿੱਚ ਹੀ ਕੰਮ 8 ਘੰਟੇ ਵਾਲੇ ਜਿੰਨਾ ਕੰਮ ਕੀਤਾ, ਉਹਨੇ ਜਿੰਨਾ ਟਾਰਗੇਟ ਰੱਖਿਆ ਸੀ ਉਹਨਾਂ ਕੰਮ ਉਹਨੇ ਕੀਤਾ ਆ। ਤੇ ਅਸੀਂ ਸੋਚਦੇ ਹਾਂ ਵੀ ਸਾਨੂੰ ਕੰਮ ਨਾ ਕਰਨਾ ਪਵੇ ਤੇ ਵਿਸ਼ਰਾਮ ਕਰੀ ਜਾਈਏ। ਸੋ ਬਿਨਾਂ ਕੰਮ ਕੀਤੇ ਤੋਂ ਕੀਤਾ ਵਿਸ਼ਰਾਮ ਹਰਾਮ ਹੈ। ਇਸ ਕਰਕੇ ਖੁਦਾ ਦਾ ਦਾਸ ਸੰਤ ਪੌਲੁਸ ਕਹਿੰਦਾ, ਜਿਵੇਂ ਪਿਤਾ ਨੇ ਸਾਰੇ ਕੰਮ ਤੋਂ ਫਾਰਗ ਹੋ ਕੇ ਆਰਾਮ ਕੀਤਾ, ਉਸੇ ਤਰ੍ਹਾਂ ਅਸੀਂ ਵੀ ਸਾਰੇ ਕੰਮ ਤੋਂ ਫਾਰਗ ਹੋ ਕੇ ਉਹਦੀ ਗੋਦ ਵਿੱਚ ਜਾ ਕੇ ਜਦੋਂ ਬੈਠਾਂਗੇ ਤੇ ਉਹ ਸਾਡੇ ਲਈ ਸਬਤ ਦਾ ਆਰਾਮ ਹੋਵੇਗਾ। ਸੋ ਪਿਤਾ ਕੰਮ ਕਰਦਾ ਹੈ ਤੇ ਯਿਸੂ ਮਸੀਹ ਨੇ ਕਿਹਾ, ਮੇਰਾ ਪਿਤਾ ਜਿਵੇਂ ਕੰਮ ਕਰਦਾ ਤਿਵੇਂ ਮੈਂ ਵੀ ਕੰਮ ਕਰਦਾ। ਸੋ ਦੇਖਦੇ ਹਾਂ ਪਿਤਾ ਨੇ ਕੰਮ ਕੀਤਾ ਤੇ ਪਿਤਾ ਦੇ ਕੰਮ ਦੀ ਇੱਕ ਉਦਾਹਰਨ ਅਸੀਂ ਪੜ੍ਹ ਲਈ। ਦੂਸਰੀ ਉਦਾਹਰਨ ਦੇਖਦੇ ਹਾਂ ਬਾਈਬਲ ਦੇ ਵਿੱਚੋਂ, ਉਤਪਤੀ ਦੀ ਕਿਤਾਬ 2 ਅਧਿਆਏ ਉਹਦੀ 15 ਆਇਤ। ਪਹਿਲਾਂ ਅਸੀਂ ਪਰਮੇਸ਼ਰ ਪਿਤਾ ਨੂੰ ਕੰਮ ਕਰਦੇ ਦੇਖਦੇ ਹਾਂ। ਫਿਰ ਪਰਮੇਸ਼ਰ ਪਿਤਾ ਆਦਮ ਦੀ ਰਚਨਾ ਕਰਦਾ ਹੈ। ਫਿਰ ਆਦਮ ਦੇ ਲਈ ਇੱਕ ਅੱਛੀ ਵਾਟਿਕਾ ਬਣਾਉਂਦਾ ਹੈ, ਉਸ ਵਾਟਿਕਾ ਦੇ ਵਿੱਚ ਆਦਮ ਨੂੰ ਰੱਖਦਾ ਹੈ। ਤੇ ਫਿਰ ਉਹਨੂੰ ਕਹਿੰਦਾ ਹੈ 2:15 ਵਿੱਚ ਅਸੀਂ ਪढ़ते हैं, तब यहोवा परमेश्वर ने आदम को लेकर अदन वाटिका में रख दिया कि वह उसमें काम करे और उसकी रक्षा करे। ਹੁਣ ਇਹਨੂੰ ਵਾਟਿਕਾ ਵਿੱਚ ਕਾਹਦੇ ਲਈ ਲਿਆਂਦਾ ਭਲਾ? ਵਾਟਿਕਾ ਬਣਾ ਕੇ ਤੇ ਪਰਮੇਸ਼ਵਰ ਨੇ ਦੇ ਦਿੱਤੀ ਹੈ। ਵਾਟਿਕਾ ਤਿਆਰ ਕਰਕੇ ਪਰਮੇਸ਼ਵਰ ਨੇ ਦੇ ਦਿੱਤੀ ਹੈ। ਹੁਣ ਇਹਨੂੰ ਵਾਟਿਕਾ ਦੇ ਵਿੱਚ ਰੱਖਿਆ ਹੈ, ਵਾਟਿਕਾ ਨੂੰ ਉਜਾੜਨ ਦੇ ਲਈ ਨਹੀਂ, ਬਾਗੇ ਅਦਨ ਨੂੰ ਖਰਾਬ ਕਰਨ ਦੇ ਲਈ ਪਰਮੇਸ਼ਵਰ ਨੇ ਇਹਨੂੰ ਰੱਖਿਆ। ਇਹ ਹੁਣ ਇਹ ਸੋਚ ਕੇ ਕਿ ਪਿਤਾ ਪਰਮੇਸ਼ਵਰ ਤੇ ਮੇਰੇ ਨਾਲ ਬੜਾ ਪਿਆਰ ਕਰਦਾ ਆ, ਉਹਨੇ ਤੇ ਮੈਨੂੰ ਬੜੀ ਵੱਡੀ ਯੋਜਨਾ ਲਈ ਬਣਾਇਆ ਆ, ਉਹ ਤੇ ਮੈਨੂੰ ਰੋਜ਼ ਮਿਲਣ ਵੀ ਆਉਂਦਾ ਆ। ਤੇ ਇਸ ਕਰਕੇ ਜਿਹਨੇ ਏਡੀ ਵੱਡੀ ਤੇ ਵਧੀਆ ਵਾਟਿਕਾ ਮੇਰੇ ਲਈ ਬਣਾਈ ਹੈ, ਜਿਹਨੇ ਇਹਦੇ ਵਿੱਚ ਮੈਨੂੰ ਰੱਖਿਆ, ਇਹਨੂੰ ਭਾਵੇਂ ਮੈਂ ਗੰਦਾ ਕਰਾਂ, ਸਾਫ਼ ਸੁਥਰਾ ਨਾ ਰੱਖਾਂ, ਭਾਵੇਂ ਇਹ 'ਚ ਕੰਮ ਕਰਾਂ ਜਾਂ ਨਾ ਕਰਾਂ, ਪਿਤਾ ਪਰਮੇਸ਼ਵਰ ਤੇ ਮੈਨੂੰ ਪਿਆਰ ਕਰਦਾ ਹੀ ਆ। ਤੇ ਉਹ ਤੇ ਆਪਣੇ ਦੂਤਾਂ ਦੀ ਵੀ ਡਿਊਟੀ ਲਾ ਦੂਗਾ ਇਹਨੂੰ ਸਾਫ਼ ਕਰਨ ਦੇ ਵਾਸਤੇ। ਫਿਰ ਤੈਨੂੰ ਕਾਹਦੇ ਲਈ ਰੱਖਿਆ? ਤੈਨੂੰ ਵਿਹਲਿਆਂ ਰਹਿਣ ਲਈ ਨਹੀਂ ਰੱਖਿਆ। ਆਦਮ ਨੂੰ ਹੁਕਮ ਦਿੱਤਾ, ਕੰਮ ਕਰ ਤੇ ਨਾਲੇ ਇਹਦੀ ਰਾਖੀ ਕਰ। ਕਿਉਂ? ਕਿਉਂਕਿ ਪਿਤਾ ਆਪ ਵੀ ਕੰਮ ਕਰਦਾ ਹੈ। ਪਿਤਾ ਬਿਨਾਂ ਰੁਕੇ ਤੋਂ ਕੰਮ ਕਰਦਾ ਹੈ। ਉਹਦੇ ਵਿਸ਼ਰਾਮ ਦੇ ਦਿਨ ਦੇ ਵਿੱਚ ਵੀ ਬੜਾ ਵੱਡਾ ਮੈਸੇਜ ਆ। ਵਿਸ਼ਰਾਮ ਦੇ ਵਿੱਚ ਅਸੀਂ ਇਹ ਤੇ ਦੇਖਦੇ ਉਹਨੇ ਸਾਰੇ ਕੰਮ ਤੋਂ ਵਿਹਲਿਆਂ ਹੋ ਕੇ ਵਿਸ਼ਰਾਮ ਕੀਤਾ, ਲੇਕਿਨ ਉਹਦਾ ਉਹ ਵਿਸ਼ਰਾਮ ਕਰਨਾ ਵੀ ਇੱਕ ਕੰਮ ਨੂੰ ਦਿਖਾਉਂਦਾ। ਸੋ ਉਸੇ ਤਰ੍ਹਾਂ ਸਾਡਾ ਵਿਸ਼ਰਾਮ ਵੀ ਇੱਕ ਕੰਮ ਨੂੰ ਦਿਖਾਉਣਾ, ਵਿਸ਼ਰਾਮ ਕਰਨਾ ਵੀ ਇੱਕ ਕੰਮ ਹੈ। ਸੋ ਪਿਆਰੇ ਜੀਜੋ, ਇੱਥੇ ਲਿਖਿਆ ਵੀ ਉਹਨੂੰ ਵਾਟਿਕਾ ਵਿੱਚ ਰੱਖਿਆ ਤੇ ਉਹਦੀ ਇਹ ਜ਼ਿੰਮੇਵਾਰੀ, ਉਹਨੂੰ ਡਿਊਟੀ ਦਿੱਤੀ, ਉਹਨੂੰ ਹੁਕਮ ਦਿੱਤਾ, ਕੰਮ ਕਰ ਤੇ ਰਾਖੀ ਕਰ। ਯਾਨੀ ਕਿ ਜਿਸ ਵੀ ਸ਼ਖਸ ਨੇ ਪਰਮੇਸ਼ਵਰ ਦੇ ਇੰਤਜ਼ਾਮ ਦੇ ਵਿੱਚ ਆਉਣਾ, ਉਹ ਵਿਹਲਾ ਨਹੀਂ ਰਹਿ ਸਕਦਾ। ਜੇ ਪਰਮੇਸ਼ਵਰ ਦੇ ਕੰਮ 'ਚ ਆ ਕੇ ਉਹ ਵਿਹਲਾ ਰਹਿੰਦਾ ਆ ਤਾਂ ਪਰਮੇਸ਼ਵਰ ਦੀ ਨਜ਼ਰ 'ਚ ਮੁਬਾਰਕ ਨਹੀਂ ਬਲਕਿ ਲਾਹਨਤੀ ਹੈ। ਕਿਉਂਕਿ ਪਰਮੇਸ਼ਵਰ ਆਪ ਕੰਮ ਕਰਦਾ ਹੈ, ਇਸ ਲਈ ਉਹ ਚਾਹੁੰਦਾ ਹੈ ਉਹਦੇ ਲੋਕ ਵੀ ਕੰਮ ਦੇ ਵਿੱਚ ਲੱਗੇ ਰਹਿਣ। ਇੱਕ ਹੋਰ ਰੈਫਰੈਂਸ ਦੇਖਦੇ हैं, उत्पत्ति की किताब 11 अध्याय उसकी 6 आयत। और यहोवा ने कहा, मैं क्या देखता हूं कि सब एक ही दल के हैं। मैं क्या देखता हूं, सब एक ही दल के हैं और भाषा भी उन सब की एक ही है। एक काम करने वाले ਦਾ ਹੁਣ ਤਰੀਕੇ ਦੇ ਉੱਤੇ ਵਿਚਾਰ ਕਰਿਓ ਤੇ ਫਿਰ ਉਹਨੂੰ ਸਮਝਦੇ ਆ ਬਰੀਕੀ ਦੇ ਵਿੱਚ। ਇਹ ਇੱਕ ਮਨ ਆ, ਇੱਕ ਜੋਟ ਆ ਤੇ ਭਾਸ਼ਾ ਵੀ ਇੱਕ ਆ। ਸਭ ਤੋਂ ਪਹਿਲਾਂ ਜਿਹਨਾਂ ਨੇ ਪਰਮੇਸ਼ਵਰ ਦੇ ਵਿੱਚ ਆ ਕੇ ਪਰਮੇਸ਼ਵਰ ਦੇ ਰਾਜੇ ਦੇ ਵਿੱਚ ਕੰਮ ਕਰਨਾ ਹੈ, ਉਹਨਾਂ ਦੀ ਕੁਆਲਿਟੀ ਹੋਣੀ ਚਾਹੀਦੀ ਹੈ।
ਇਹ ਪੁੱਠੇ ਕੰਮ ਦੇ ਵਿੱਚ ਇੱਕ ਮਨ ਆ। ਪੁੱਠੇ ਕੰਮ ਦੇ ਵਿੱਚ ਇੱਕ ਮਨ ਹੋ ਕੇ ਕੰਮ ਨੂੰ ਕਰ ਰਹੇ ਆ। ਤੇ ਫਿਰ ਜਿਹੜੇ ਸਿੱਧੇ ਮਨ ਵਾਲੇ ਆ ਉਹ ਇਹਨਾਂ ਤੋਂ ਕਿਤੇ ਜ਼ਿਆਦਾ ਇੱਕ ਮਨ ਹੋਣੇ ਚਾਹੀਦੇ ਆ। ਜਿਵੇਂ ਪਿਛਲੀ ਵਾਰ ਅਸੀਂ ਸਮਾਪਤ ਕੀਤਾ ਸੀਗਾ ਕਿ ਲੋਕਾਂ ਨੇ ਬਹਾਨਾ ਲੱਭ ਲਿਆ ਕਿ ਯਿਸੂ ਮਸੀਹ ਕਹਿ ਗਏ ਆ ਹਨੇਰੇ ਦੇ ਪੁੱਤਰ ਚਾਨਣ ਦੇ ਪੁੱਤਰਾਂ ਦੇ ਨਾਲੋਂ ਵਧੇਰੇ ਚਲਾਕ ਆ। ਸੋ ਇਸ ਇੱਕ ਆਇਤ ਨੂੰ ਉਹਨਾਂ ਨੇ ਆਪਣੀ ਆੜ ਬਣਾ ਲਿਆ ਤੇ ਉਹਨਾਂ ਨੇ ਇਹ ਮੰਨ ਕੇ ਬਹਿ ਗਏ ਕਿ ਹਨੇਰੇ ਦੇ ਪੁੱਤਰ ਸਾਡੇ ਨਾਲੋਂ ਜ਼ਿਆਦਾ ਚਲਾਕ ਆ, ਹਨੇਰੇ ਦੇ ਪੁੱਤਰ ਸਾਡੇ ਨਾਲ ਜ਼ਿਆਦਾ ਮਿਹਨਤੀ ਆ, ਹਨੇਰੇ ਦੇ ਪੁੱਤਰ ਸਾਡੇ ਨਾਲ ਜ਼ਿਆਦਾ ਕੰਮਕਾਜੀ ਆ, ਹਨੇਰੇ ਦੇ ਪੁੱਤਰ ਇਸ ਵਰਗੇ ਅੱਗੇ ਰਹਿਣਗੇ। ਤੇ ਮੈਂ ਦੱਸਦਾ ਬਾਰ-ਬਾਰ, ਇਹ ਨਿਯਮ ਨਹੀਂ ਹੈ ਬਾਈਬਲ ਦਾ ਜਾਂ ਯਿਸੂ ਮਸੀਹ ਇਹ ਐਲਾਨ ਨਹੀਂ ਕਰਕੇ ਗਿਆ ਕਿ ਇਦਾਂ ਹੀ ਹੋਵੇਗਾ, ਬਲਕਿ ਸਾਨੂੰ ਸਾਵਧਾਨ ਕਰਕੇ ਔਰ ਸਾਡੀ ਜ਼ਿੰਮੇਵਾਰੀ ਲਾ ਕੇ ਗਿਆ ਕਿ ਜੇ ਉਹ ਇੰਨੇ ਚਲਾਕ ਆ ਤੇ ਤੁਸੀਂ ਉਹਨਾਂ ਤੋਂ ਕਿਤੇ ਜ਼ਿਆਦਾ ਚਲਾਕ ਹੋਣਾ ਆ। ਇਸੇ ਲਈ ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਬੂਤਰਾਂ ਵਾਂਗੂ ਭੋਲੇ ਤੇ ਸੱਪਾਂ ਵਾਂਗੂ ਚਲਾਕ। ਤੇ ਜਦੋਂ ਅਸੀਂ ਪੜ੍ਹਦੇ ਹਾਂ ਜੀਵਾਂ ਦੀ ਗਿਣਤੀ ਦੇ ਵਿੱਚ ਤੇ ਦੇਖਦੇ ਹਾਂ ਕਿ ਜਦੋਂ ਸ਼ੈਤਾਨ ਨੇ ਸੱਪ ਨੂੰ ਇਸਤੇਮਾਲ ਕੀਤਾ ਤੇ ਉੱਥੇ ਇਹ ਗੱਲ ਲਿਖੀ ਗਈ ਕਿ ਸੱਪ ਸਭ ਜੰਗਲੀ ਜਾਨਵਰਾਂ ਦੇ ਨਾਲੋਂ ਚਲਾਕ ਸੀ। ਸੋ ਸ਼ੈਤਾਨ ਨੇ ਉਹਨੂੰ ਇਸਤੇਮਾਲ ਕੀਤਾ। ਤੇ ਹੁਣ ਆ ਜਾਂਦੇ ਆ ਪਰਮੇਸ਼ਵਰ ਦੇ ਲੋਕਾਂ ਵਾਲੇ ਪਾਸੇ। ਇੱਥੇ ਪ੍ਰਭੂ ਹੁਣ ਆਪ ਕਹਿ ਰਿਹਾ ਆ ਕਿ ਤੁਸੀਂ ਕਿੱਦਾਂ ਹੋਣਾ ਭਲਾ? ਸੱਪਾਂ ਵਾਂਗੂ ਚਲਾਕ ਤੇ ਕਬੂਤਰਾਂ ਵਾਂਗੂ ਭੋਲੇ। ਕਿਉਂਕਿ ਜਿਨ੍ਹਾਂ ਦੇ ਵਿੱਚ ਤੁਸੀਂ ਚੱਲਣਾ ਨਾ ਉਹ ਹਨੇਰੇ ਦੇ ਪੁੱਤਰ ਹੋਣ ਦੇ ਨਾਤੇ ਵਧੇਰੇ ਚਲਾਕ ਆ ਤੇ ਤੁਸੀਂ ਉਹਨਾਂ ਤੋਂ ਵੱਧ ਚਲਾਕ ਹੋਵੋਗੇ ਤੇ ਗੱਲ ਬਣਨੀ। ਸੋ ਉਸ ਹਿਸਾਬ ਦੇ ਨਾਲ ਜਦੋਂ ਅਸੀਂ ਵਚਨ ਨੂੰ ਦੇਖਦੇ ਹਾਂ ਕਿ ਇੱਕ ਮਨ ਔਰ ਉਹ ਸਾਰਿਆਂ ਦੀ ਭਾਸ਼ਾ ਵੀ ਇੱਕ, ਯਾਨੀ ਕਿ ਇੱਕ ਜੋ ਕਹਿੰਦਾ ਸਾਰੇ ਉਹਦੇ ਆਵਾਜ਼ ਦੇ ਉੱਤੇ ਫੁੱਲ ਚੜਾ ਦਿੰਦੇ ਆ। ठीक है, एक मन भी है और उन्होंने ऐसा ही काम भी आरंभ किया है। जिद्दां दा उन्हां दे विच चलना कि नंबर एक ਉਹ ਇੱਕ ਮਨ है, नंबर 2 उन्हां दी भाषा एक है और ਜਿਹੜਾ ਕੰਮ ਕਰ ਰਹੇ ਆ ਇਹਨਾਂ ਦੀ ਉਸ ਕੁਆਲਿਟੀ ਦੇ ਨਾਲ ਮੇਲ ਖਾਂਦਾ ਕੰਮ ਉਹਨਾਂ ਨੇ ਸ਼ੁਰੂ ਕਰ ਲਿਆ ਹੈ। ਇਹ ਫੈਸਲਾ ਲੈ ਕੇ ਕਿ ਆਓ ਅਸੀਂ ਪਰਮੇਸ਼ਵਰ ਨੂੰ ਚੁਣੌਤੀ ਦਈਏ। ਪਿਆਰੇ ਜੀਜੋ, ਅਸੀਂ ਢੇਰੀ ਢਾਹ ਕੇ ਬਹਿ ਗਏ। ਹਨੇਰੇ ਦੇ ਪੁੱਤਰ ਚਾਨਣਾ ਦੇ ਪੁੱਤਰਾਂ ਦੇ ਨਾਲੋਂ ਜ਼ਿਆਦਾ ਚਲਾਕ ਹੈ। ਤੇ ਹੁਣ ਇੱਥੇ ਹਨੇਰੇ ਦੇ ਪੁੱਤਰਾਂ ਦਾ ਕੰਮ ਵੇਖੋ ਕੀ ਹੈ। ਹਨੇਰੇ ਦੇ ਪੁੱਤਰ ਪਰਮੇਸ਼ਵਰ ਨੂੰ ਹੀ ਚੁਣੌਤੀ ਦੇ ਕੇ ਬਹਿ ਗਏ ਤੇ ਕੰਮ ਸ਼ੁਰੂ ਕਰ ਲਿਆ। ਕਹਿੰਦੇ ਹੁਣ ਲੈ ਕੇ ਆਈ ਬਾਰਿਸ਼ ਜਿੰਨੀ ਮਰਜ਼ੀ। ਆਓ ਕਹਿੰਦੇ ਪਰਮੇਸ਼ਵਰ ਨੂੰ ਚੈਲੰਜ ਕਰਦੇ ਆ, ਇੱਕ ਏਡਾ ਉੱਚਾ ਬਣਾਉਣੇ ਆ ਮਨਾਰਾ ਕਿ ਅੱਗੇ ਤੋਂ ਜੇ ਕਿਤੇ ਬਾਰਿਸ਼ ਆਵੇ ਤੇ ਆਪਾਂ ਦੇਖ ਲਿਆ ਕਿੰਨੀ ਕੁ ਉਚਾਈਆਂ ਤੱਕ ਪਾਣੀ ਚੜਿਆ ਸੀ। ਆਪਾਂ ਉਸ ਤੋਂ ਵੀ ਉੱਚਾ ਆਕਾਸ਼ ਨੂੰ ਛੂਹਣ ਵਾਲਾ ਇੱਕ ਬਣਾਉਣੇ ਆ ਜਿੱਥੋਂ ਤੱਕ ਪਾਣੀ ਚੜ੍ਹ ਹੀ ਨਾ ਸਕੇ ਤੇ ਅਸੀਂ ਉਹਦੇ ਤੇ ਚੜ੍ਹ ਕੇ ਬਚਾਂਗੇ ਤੇ ਪਰਮੇਸ਼ਰ ਨੂੰ ਕਵਾਂਗੇ ਹੁਣ ਦੱਸ, ਹੁਣ ਕਰ ਸਾਡਾ ਮੁਕਾਬਲਾ। ਤੇ ਪਿਆਰੇ ਜੀਜੋ, ਕੀ ਪਰਮੇਸ਼ਰ ਉਹਨਾਂ ਦੇ ਇਸ ਚੁਣੌਤੀ ਨੂੰ ਦੇਖ ਕੇ ਤੇ ਹਾਰ ਮੰਨ ਕੇ ਬਹਿ ਗਿਆ ਸੀ? ਨਹੀਂ, ਪਰਮੇਸ਼ਰ ਉਹਨਾਂ ਦੀ ਇਸ ਚੁਣੌਤੀ ਨੂੰ ਵੇਖ ਕੇ ਹਾਰ ਮੰਨ ਕੇ ਨਹੀਂ ਬੈਠਾ। ਪਰਮੇਸ਼ਰ ਨੇ ਭੁਚਾਲ ਲਿਆਤਾ ਸੀ ਉੱਥੇ। ਪੰਜਾਬੀ 'ਚ ਕਹਿੰਦੇ ਜਿੱਦਾਂ ਕਹਿੰਦੇ ਨੇਰੀਆਂ ਲਿਆ ਦਾਂਗੇ। ਪਰਮੇਸ਼ਰ ਨੇ ਨੇਰੀਆਂ ਲਿਆਤੀਆਂ ਉੱਥੇ ਜਦੋਂ ਉਹਨਾਂ ਨੇ ਪਰਮੇਸ਼ਰ ਨੂੰ ਚੈਲੰਜ ਕੀਤਾ। ਕਿਹਨਾਂ ਨੇ? ਹਨੇਰੇ ਦੇ ਪੁੱਤਰਾਂ ਨੇ। ਸਿੱਧਾ ਸਿੱਧਾ ਡਾਇਰੈਕਟ ਚਾਨਣ ਨੂੰ ਹੀ ਚੈਲੰਜ ਕਰ ਦਿੱਤਾ ਕਿ ਅਸੀਂ ਐਡਾ ਮਨਾਰਾ ਉੱਚਾ ਬਣਾਵਾਂਗੇ ਕਿ ਤੂੰ ਸਾਨੂੰ ਡੋਬ ਕੇ ਮਾਰ ਸਕੇਗਾ ਨਹੀਂ। ਜਦੋਂ ਉਹਨਾਂ ਨੇ ਇਦਾਂ ਦਾ ਫੈਸਲਾ ਲਿਆ ਤੇ ਸਾਡੇ ਪਿਤਾ ਪਰਮੇਸ਼ਵਰ ਨੇ ਉਹ ਮਨਾਰਾ ਵੀ ਢਾਹ ਛੱਡਿਆ ਜਿਹਨੂੰ ਉਹ ਬਣਾਉਣਾ ਚਾਹੁੰਦੇ ਸੀ। ਉਹਨਾਂ ਦੀ ਭਾਸ਼ਾ ਜਿਹੜੀ ਇੱਕ ਸੀ, ਜਿਹਦੀ ਵਜ੍ਹਾ ਕਰਕੇ ਉਹਨਾਂ ਨੇ ਪਰਮੇਸ਼ਵਰ ਨੂੰ ਚੈਲੰਜ ਕੀਤਾ ਕਿ ਅਸੀਂ ਇੱਕ ਮੰਨਿਆ ਤੇ ਸਾਡੀ ਭਾਸ਼ਾ ਵੀ ਇੱਕ ਹੈ, ਤੂੰ ਸਾਡਾ ਕੁਛ ਵਿਗਾੜ ਸਕਦਾ ਨਹੀਂ।
ਔਰ ਫਿਰ ਤੂੰ ਸਾਨੂੰ ਆਜ਼ਾਦ ਮਰਜ਼ੀ ਦਿੱਤੀ ਹੈ ਤੇ ਸਾਡੀ ਆਜ਼ਾਦ ਮਰਜ਼ੀ ਵਿੱਚ ਤੂੰ ਖਲਲ ਵੀ ਪਾ ਸਕਦਾ ਨਹੀਂ। ਸਾਨੂੰ ਪਤਾ ਹੈ ਮਨੁੱਖ ਜੋ ਵੀ ਠਾਣ ਲਵੇ ਉਹ ਕਰ ਸਕਦਾ ਹੈ, ਇਸ ਲਈ ਅਸੀਂ ਇਹ ਵੀ ਕਰਾਂਗੇ। ਤੇ ਪਰਮੇਸ਼ਵਰ ਨੇ ਉਹਨਾਂ ਦੇ ਵਿੱਚ ਐਸੀ ਗੜਬੜੀ ਪਾਈ, ਨਾ ਤੇ ਜੋ ਉਹਨਾਂ ਨੇ ਠਾਣਿਆ ਸੀ ਉਹਨੂੰ ਮੁਕੰਮਲ ਕਰ ਸਕੇ, ਨਾ ਆਪਸ ਵਿੱਚ ਉਹਨਾਂ ਦੀ ਭਾਸ਼ਾ ਇੱਕ ਰਹਿ ਸਕੀ, ਤੇ ਨਾ ਉਹ ਇੱਕ ਮਨ ਰਹਿ ਸਕੇ। ਸੋ ਪਿਆਰਿਓ, ਉਸ ਪਰਮੇਸ਼ਵਰ ਦੀ ਅਸੀਂ ਸੰਤਾਨ ਆ, ਉਹਦੇ ਨੂਰ ਦੇ ਵਿੱਚੋਂ ਅਸੀਂ ਨੂਰ ਪਾ ਕੇ ਰੌਸ਼ਨ ਹੋਏ ਹਾਂ। ਤੇ ਜਦੋਂ ਉਹ ਚੁਣੌਤੀ ਨੂੰ ਵੇਖ ਕੇ ਚੁਣੌਤੀ ਦੇਣ ਵਾਲਿਆਂ ਨੂੰ ਤਹਿਸ ਨਹਿਸ ਕਰ ਦਿੰਦਾ ਹੈ, ਤੇ ਫਿਰ ਅਸੀਂ ਇਸ ਵਚਨ ਦਾ ਸਹਾਰਾ ਲੈ ਕੇ ਆਪਣੇ ਆਪ ਨੂੰ ਕਿੱਦਾਂ ਘਰ ਬਿਠਾ ਲਈਏ ਕਿ ਹਨੇਰੇ ਦੇ ਪੁੱਤਰ ਚਾਨਣ ਦੇ ਪੁੱਤਰਾਂ ਦੇ ਨਾਲੋਂ ਜ਼ਿਆਦਾ ਚਲਾਕ ਹੈ। ਹਨੇਰੇ ਦੇ ਪੁੱਤਰਾਂ ਨੂੰ ਹਰਾਉਣ ਦੇ ਲਈ ਉਹਨੇ ਸਾਨੂੰ ਪਵਿੱਤਰ ਆਤਮਾ ਤੇ ਕਲਾਮ ਦਾ ਬੀਜ ਦਿੱਤਾ ਆ। ਪਰਮੇਸ਼ਵਰ ਆ ਗਿਆ, ਪਵਿੱਤਰ ਆਤਮਾ ਆ ਗਿਆ। ਇਹ ਸਾਡੇ ਅੰਦਰ ਉਹਨੇ ਇਹਦਾ ਭਾਂਬੜ ਇਸੇ ਕਰਕੇ ਮਚਾਇਆ ਆ ਕਿ ਅਸੀਂ ਅੰਧਕਾਰ ਦਾ ਸਾਹਮਣਾ ਕਰ ਸਕੀਏ। ਲਿਖਿਆ ਨਾ ਵਚਨ ਦੇ ਵਿੱਚ, ਸਾਡੀ ਲੜਾਈ ਲਹੂ ਤੇ ਮਾਸ ਦੇ ਨਾਲ ਨਹੀਂ, ਬਲਕਿ ਅੰਧਕਾਰ ਦੀਆਂ ਉਹਨਾਂ ਸ਼ਕਤੀਆਂ ਦੇ ਨਾਲ ਆ, ਜਿਹੜੀਆਂ ਸਵਰਗੀ ਸਥਾਨਾਂ ਦੇ ਵਿੱਚ ਆਪਣਾ ਸਥਾਨ ਬਣਾ ਕੇ ਬੈਠੀਆਂ। ਸੋ ਜਦੋਂ ਲੜਾਈ ਅੰਧਕਾਰ ਦੇ ਨਾਲ ਆ ਤੇ ਲੜਨ ਵਾਲੇ ਰੌਸ਼ਨੀ ਦੇ ਪੁੱਤਰ, ਤੇ ਫਿਰ ਅੰਧਕਾਰ ਦੀ ਜ਼ਰੂਰਤ ਹੈਗੀ ਰੌਸ਼ਨੀ ਦੇ ਪੁੱਤਰਾਂ ਦਾ ਮੁਕਾਬਲਾ ਕਰ ਸਕੇ ਜਾਂ ਉਹਨਾਂ ਦੇ ਸਾਹਮਣੇ ਬੈਠ ਸਕੇ। ਹਨੇਰੇ ਨੇ ਨਾ ਜਾ ਕੇ ਪਰਮੇਸ਼ਵਰ ਦੇ ਕੋਲ ਕਹਿੰਦੇ ਵੀ ਸ਼ਿਕਾਇਤ ਕੀਤੀ। ਸੌਰੀ, ਅੱਜ ਮਾਫ ਕਰਨਾ, ਗਲਾ ਥੋੜਾ ਖਰਾਬ ਆ। ਹਨੇਰੇ ਨੇ ਪਰਮੇਸ਼ਵਰ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ, ਕਹਿੰਦਾ ਵੀ ਆ ਜਿਹੜਾ ਤੂੰ ਬਣਾਇਆ ਨਾ ਸੂਰਜ, ਮੈਨੂੰ ਬੜਾ ਤੰਗ ਕਰਦਾ, ਇਹਨੂੰ ਸਮਝਾ, ਇਹ ਮੈਨੂੰ ਮੇਰੇ ਸਥਾਨ ਤੇ ਬਣਿਆ ਰਹਿਣ ਦਿੰਦਾ ਨਹੀਂ ਹੈ, ਇਹ ਮੇਰੇ ਹਨੇਰੇ ਦੇ ਵਿੱਚ ਖਲਲ ਪਾਉਂਦਾ। ਪਰਮੇਸ਼ਵਰ ਨੇ ਸੂਰਜ ਨੂੰ ਬੁਲਾਇਆ ਤੇ ਕਹਿੰਦਾ, ਹਾਂ ਭਾਈ, ਤੂੰ ਇਹਦੇ ਨਾਲ ਇਹ ਆਡੇ ਫਾਹੇ ਕਰ ਹੀ ਲੈਣਾ, ਤੂੰ ਇਹਨੂੰ ਤੰਗ ਕਿਉਂ ਕਰਦਾ, ਤੂੰ ਇਹਨੂੰ ਕਿਉਂ ਭਜਾਉਣਾ। ਤੇ ਸੂਰਜ ਦਾ ਜਵਾਬ ਸੀ, ਕਹਿੰਦਾ ਜੀ ਮਾਫ ਕਰਨਾ, ਕਿਹੜੇ ਹਨੇਰੇ ਦੀ ਗੱਲ ਤੁਸੀਂ ਕਰਦੇ ਹੋ, ਮੈਂ ਤੇ ਇਹਨੂੰ ਕਦੇ ਵੇਖਿਆ ਹੀ ਨਹੀਂ, ਮੈਂ ਤੇ ਇਹਨੂੰ ਕਦੇ ਜਾਣਿਆ ਹੀ ਨਹੀਂ, ਮੈਂ ਤੇ ਜਦੋਂ ਆਪਣੇ ਯੋਵਨ ਦੇ ਵਿੱਚ ਆਉਣਾ ਆ, ਇਹ ਤੇ ਹੁੰਦਾ ਹੀ ਨਹੀਂ, ਮੈਂ ਤੇ ਇਹਦਾ ਕਦੀ ਦਰਸ਼ਨ ਹੀ ਨਹੀਂ ਕੀਤਾ, ਇਹ ਤੇ ਜਦੋਂ ਅਜੇ ਮੇਰੀਆਂ ਕਿਰਨਾਂ ਹੀ ਉੱਠ ਰਹੀਆਂ ਹੁੰਦੀਆਂ ਉਦੋਂ ਹੀ ਇਹ ਭੱਜ ਜਾਂਦਾ ਆ, ਤੇ ਜਦੋਂ ਮੈਂ ਆਪਣੇ ਪੂਰੇ ਯੋਵਨ ਚ ਆਉਣਾ ਉਦੋਂ ਤੇ ਹੁੰਦਾ ਹੀ ਨਹੀਂ, ਮੇਰਾ ਤਾਂ ਸਾਹਮਣਾ ਹੀ ਨਹੀਂ ਹੋ ਸਕਿਆ ਕਦੀ ਇਹਦੇ ਨਾਲ। ਤੇ ਹਨੇਰੇ ਨੂੰ ਫਿਰ ਪੁੱਛਿਆ ਵੀ ਹਾਂ ਵੀ ਭਾਈ, ਤੂੰ ਕਹਿੰਦਾ ਮੈਨੂੰ ਤੰਗ ਕਰਦਾ ਆ, ਤੇ ਉਹ ਤਾਂ ਕਹਿੰਦਾ ਮੇਰਾ ਤੇਰੇ ਨਾਲ ਕਦੀ ਸਾਹਮਣਾ ਨਹੀਂ ਹੋਇਆ, ਮੈਂ ਤੇ ਕਦੀ ਤੈਨੂੰ ਦੇਖਿਆ ਹੀ ਨਹੀਂ, ਤੇ ਅਸੀਂ ਕਿੱਥੇ ਬਹਿ ਗਏ ਭਲਾ। ਪ੍ਰਭੂ ਆਪ ਫਰਮਾ ਕੇ ਗਏ ਆ, ਹਨੇਰੇ ਦੇ ਪੁੱਤਰ ਚਾਨਣਾ ਦੇ ਪੁੱਤਰਾਂ ਦੇ ਨਾਲੋਂ ਜ਼ਿਆਦਾ ਚਲਾਕ ਹੋਣਗੇ। ਚਾਨਣ ਆਵੇ ਨਾ, ਹਨੇਰੇ ਦਾ ਪਤਾ ਨਹੀਂ ਲੱਗਦਾ। ਜੇ ਕਿਤੇ ਕਲਾਮ ਦੀ ਸਮਝ ਹੋਵੇ ਨਾ ਤੇ ਫਿਰ ਪਤਾ ਹੋਵੇ। ਅੰਧਕਾਰ ਰੌਸ਼ਨੀ ਦਾ ਕਦੇ ਸਾਹਮਣਾ ਹੀ ਨਹੀਂ ਕਰ ਸਕਦਾ। ਚਲਾਕ ਹੋਣਾ ਤੇ ਬੜੀ ਵੱਡੀ ਗੱਲ ਹੈ, ਬਸ਼ਰਤੇ ਰੌਸ਼ਨੀ ਨੂੰ ਆਪਣੀ ਅਹਿਮੀਅਤ ਦਾ ਪਤਾ ਹੋਣਾ ਚਾਹੀਦਾ, ਰੌਸ਼ਨੀ ਨੂੰ ਆਪਣੇ ਵਜੂਦ ਦਾ ਪਤਾ ਹੋਣਾ ਚਾਹੀਦਾ, ਰੌਸ਼ਨੀ ਨੂੰ ਇਹ ਪਤਾ ਹੋਣਾ ਚਾਹੀਦਾ ਮੈਂ ਰੌਸ਼ਨੀ ਪਾਈ ਕਿਹਦੇ ਤੋਂ।
ਦੇਖਦੇ ਨਾ ਵਚਨ ਦੇ ਵਿੱਚ ਪਹਿਲੀ ਰੌਸ਼ਨੀ ਪਰਮੇਸ਼ਵਰ ਦੇ ਵਚਨ ਦੀ ਰੌਸ਼ਨੀ ਸੀ। ਜਦੋਂ ਉਹਨੇ ਕਿਹਾ ਕਿ ਰੌਸ਼ਨੀ ਹੋਵੇ ਤੇ ਰੌਸ਼ਨੀ ਹੋ ਗਈ। ਚੰਦ ਤਾਰੇ ਸੂਰਜ ਗ੍ਰਹਿ ਇਹ ਤੇ ਬਾਅਦ ਚ ਜਾ ਕੇ ਬਣਾਏ ਨਾ। ਪਹਿਲਾਂ ਉਹਦੀ ਆਪਣੀ ਰੌਸ਼ਨੀ ਸੀ, ਉਹਦੇ ਅੰਦਰੋਂ ਨਿਕਲੀ ਹੋਈ ਰੌਸ਼ਨੀ ਨੇ ਹੀ ਰੌਸ਼ਨ ਕਰ ਦਿੱਤਾ ਸੀ। ਉਹ ਚਾਹੁੰਦਾ ਤੇ ਇਹਨਾਂ ਦੀ ਲੋੜ ਵੀ ਨਾ ਪੈਂਦੀ, ਪਰ ਜਿਹੜੀ ਯੋਜਨਾ ਦੇ ਵਿੱਚ ਸੀ ਯੂਨੀਵਰਸਲ ਦੀ ਰਚਨਾ ਦੇ ਵਿੱਚ ਕਿ ਉਹਨੇ ਦਿਨ ਰਾਤ ਮਹੀਨੇ ਹਫ਼ਤੇ ਬਣਾਉਣੇ ਆ, ਇਸ ਕਰਕੇ ਫਿਰ ਇਹਨਾਂ ਦੀ ਰਚਨਾ ਕੀਤੀ ਗਈ। ਸੋ ਪਿਆਰੇ ਅਜੀਜ਼ੋ, ਸੂਰਜ ਅੰਧਾਕਾਰ ਦੇ ਵਿਸ਼ੇ ਕਹਿੰਦਾ ਮੇਰਾ ਤੇ ਕਦੀ ਇਹਦੇ ਨਾਲ ਸਾਹਮਣਾ ਨਹੀਂ ਹੋਇਆ, ਮੈਂ ਤੇ ਦੇਖਿਆ ਹੀ ਨਹੀਂ ਕਦੀ ਇਹਨੂੰ। ਮੇਰੇ ਤੇ ਵਿੱਚੋਂ ਜਦੋਂ ਅਜੇ ਕਿਰਨਾਂ ਹੀ ਨਿਕਲ ਰਹੀਆਂ ਹੁੰਦੀਆਂ, ਇਹ ਜਨਾਬ ਹੁਣੀ ਉਦੋਂ ਹੀ ਖਿਸਕ ਜਾਂਦੇ ਆ। ਜਦੋਂ ਮੈਂ ਆਉਣਾ ਉਦੋਂ ਤੇ ਲੱਭਦਾ ਹੀ ਨਹੀਂ। ਤੇ ਪਿਆਰੇ ਜੀਜੋ, ਹੁਣ ਵਿਚਾਰ ਕਰਿਓ। ਅਸੀਂ ਕਹਿੰਨੇ ਕਿ ਹਨੇਰੇ ਦੇ ਪੁੱਤਰ ਚਾਨਣ ਦੇ ਪੁੱਤਰਾਂ ਨਾਲ ਜ਼ਿਆਦਾ ਚਲਾ ਗਿਆ। ਇਹ ਤੇ ਲੱਭਣੇ ਨਹੀਂ ਚਾਹੀਦੇ ਜੇ ਤੁਸੀਂ ਚਾਨਣ ਹੋਵੋ। ਯਿਸੂ ਮਸੀਹ ਕਹਿੰਦਾ ਜਗਤ ਦਾ ਚਾਨਣ ਮੈਂ ਹਾਂ, ਜਗਤ ਦਾ ਨੂਰ ਮੈਂ ਹਾਂ। ਫਿਰ ਕਹਿੰਦਾ ਜਗਤ ਦੇ ਨੂਰ ਤੁਸੀਂ ਹੋ, ਔਰ ਤੁਹਾਡਾ ਇਹ ਚਾਨਣ ਲੋਕਾਂ ਦੇ ਉੱਤੇ ਪ੍ਰਗਟ ਹੋਵੇ। ਔਰ ਚਾਨਣ ਦੇ ਪ੍ਰਗਟ ਹੋਣ ਦਾ ਸਿੱਧਾ ਸਿੱਧਾ ਮਤਲਬ ਆ ਹਨੇਰੇ ਦੇ ਲਈ ਕੋਈ ਸਥਾਨ ਹੀ ਨਹੀਂ, ਹਨੇਰੇ ਦੇ ਲਈ ਕੋਈ ਜਗ੍ਹਾ ਹੀ ਨਹੀਂ। ਉਹ ਤੇ ਯਿਸੂ ਮਸੀਹ ਵਾਰਨਿੰਗ ਦਿੰਦਾ ਹਰ ਥਾਂ ਤੇ। ਜਿਹੜੀ ਕਮਜ਼ੋਰ ਲੋਕਾਂ ਨੇ ਆਪਣੀ ਸੇਫਟੀ ਦੇ ਲਈ, ਆਪਣੇ ਬਚਾਓ ਦੇ ਲਈ ਜਿਹੜੀਆਂ ਉਦਾਹਰਨਾਂ ਰੱਖੀਆਂ ਹੋਈਆਂ ਨਾ, ਉਹ ਅੱਜ ਪੱਲੇ ਬੰਨ੍ਹ ਲਓ। ਉਹ ਨਿਯਮ ਨਹੀਂ ਆ, ਉਹ ਕਾਨੂੰਨ ਬਣਾ ਕੇ ਨਹੀਂ ਦੇ ਦਿੱਤਾ ਵੀ ਇਦਾਂ ਹੀ ਹੋਣੀ ਆ, ਇਸ ਤੋਂ ਅੱਗੇ ਹੋਣਾ ਨਹੀਂ ਆ। ਇਹ ਕਾਨੂੰਨ ਨਹੀਂ ਆ ਮੇਰੇ ਪਿਆਰਿਓ, ਗੱਲ ਨੂੰ ਅੰਡਰਸਟੈਂਡ ਕਰੋ। ਕਹਿੰਦੇ ਦੋਨਾਂ ਨੂੰ ਇਕੱਠੇ ਵਧਣ ਦਿਓ, ਵਾਢੀ ਦੇ ਵੇਲੇ ਅਲੱਗ ਕੀਤਾ ਜਾਊਗਾ। ਇਹ ਜੰਗਲੀ ਬੂਟੀ ਨੇ ਤੇ ਚੰਗੀ ਫਸਲ ਨੇ ਇਕੱਠਿਆਂ ਹੀ ਵਧਣਾ ਆ। ਤੁਹਾਨੂੰ ਕਿਹਨੇ ਕਿਹਾ? ਜੇ ਵਚਨ ਪੜ੍ਹਦੇ ਹੋਵੋ, ਵਚਨ ਦੀ ਗੰਭੀਰ ਸਭ ਤੋਂ ਮੇਨ ਤੇ ਗੱਲ ਹੈਗੀ ਹੈ, ਵਚਨ ਨੂੰ ਅਸੀਂ ਪੜ੍ਹਦੇ ਕਾਹਦੇ ਲਈ ਆ, ਵਚਨ ਨੂੰ ਸੁਣਦੇ ਕਾਹਦੇ ਲਈ ਆ, ਵਚਨ ਨੂੰ ਪ੍ਰਚਾਰ ਕਾਹਦੇ ਲਈ ਕਰਦੇ ਆ। ਮਕਸਦ ਤੇ ਇੱਥੇ ਆ ਕੇ ਫਸ ਜਾਂਦਾ ਨਾ ਕਿ ਅਸੀਂ ਤੇ ਵਚਨ ਨੂੰ ਲੈ ਕੇ ਚੱਲੇ ਆ ਵੀ ਲੋਕਾਂ ਕੋਲ ਮਾਲ ਸ਼ਾਲ ਇਕੱਠਾ ਕਰੀਏ, ਜੇਬਾਂ ਜੁਬਾਂ ਖਾਲੀ ਕਰਾਈਏ, ਆਪਣੇ ਘਰ ਭਰੀਏ, ਆਪਣੇ ਐਸ਼ੋ ਆਰਾਮ ਦੀ ਜ਼ਿੰਦਗੀ ਜੀਏ, ਆਪਣੇ ਮਹਿਲ ਮਨਾਰੇ ਬਣਾਈਏ, ਆਪਣੀਆਂ ਖਵਾਇਸ਼ਾਂ ਨੂੰ ਪੂਰਾ ਕਰੀਏ। ਵਚਨ ਨੂੰ ਤੇ ਇਸ ਲਈ ਤਰੀਕੇ ਨਾਲ ਲੈ ਕੇ ਚੱਲੇ ਨਾ, ਤਾਂ ਕਰਕੇ ਵਚਨ ਦੇ ਉਹ ਭੇਤ ਜਿਹੜੇ ਇੱਕ ਆਤਮਾ ਨੂੰ ਪਰਮੇਸ਼ਵਰ ਦੇ ਪਵਿੱਤਰ ਆਤਮਾ ਦੇ ਨਾਲ ਜਿਹਦਾ ਕੰਮ ਹੈ ਮਿਲਾਉਣਾ, ਜਿਹੜਾ ਇਸ ਤਰੀਕੇ ਦੇ ਨਾਲ ਵਚਨ ਨੂੰ ਲੈ ਕੇ ਚੱਲਦਾ ਕਿ ਆਦਮੀ ਦਾ ਆਤਮਾ ਪਰਮੇਸ਼ਵਰ ਦੇ ਆਤਮਾ ਦੇ ਨਾਲ ਮਿਲ ਕੇ ਪਰਮੇਸ਼ਵਰ ਦੇ ਆਤਮਾ ਦੇ ਸਮਾਨ ਬਣੇ। ਪਵਿੱਤਰ ਆਤਮਾ ਇਸ ਲਈ ਆਇਆ, ਪਵਿੱਤਰ ਆਤਮਾ ਇਸ ਲਈ ਬਖਸ਼ਿਆ ਗਿਆ ਕਿ ਪਵਿੱਤਰ ਆਤਮਾ ਸਾਡੇ ਆਤਮਾ ਦੇ ਨਾਲ ਮਿਲ ਕੇ ਸਾਡੇ ਆਤਮਾ ਨੂੰ ਪਰਮੇਸ਼ਵਰ ਦੇ ਆਤਮਾ ਦੇ ਸਮਾਨ ਬਣਾਵੇ। ਤੇ ਉਸ ਪਵਿੱਤਰ ਆਤਮਾ ਦੇ ਦੁਆਰਾ ਲਿਖੇ ਹੋਏ ਵਚਨ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਨਾ, ਤੇ ਫਿਰ ਸਾਡੇ ਉੱਤੇ ਪ੍ਰਕਾਸ਼ਨ ਉਹ ਜਿਹੜਾ ਆਤਮਿਕ ਆ ਉਹ ਇਸੇ ਕਰਕੇ ਪ੍ਰਗਟ ਨਹੀਂ ਹੁੰਦਾ ਕਿਉਂਕਿ ਅਸੀਂ ਉਹਨੂੰ ਪੜ੍ਹਦੇ ਵੀ ਸਰੀਰਕ ਰੀਤੀ ਦੇ ਨਾਲ ਆ, ਉਹਨੂੰ ਸੁਣਦੇ ਵੀ ਸਰੀਰਕ ਨੀਤੀ ਦੇ ਨਾਲ ਆ, ਉਹਨੂੰ ਸੁਣਾਉਂਦੇ ਵੀ ਸਰੀਰਕ ਨੀਤੀ ਦੇ ਨਾਲ ਆ। ਇਸ ਕਰਕੇ ਫਿਰ ਉਹਦਾ ਭੇਤ ਪ੍ਰਗਟ ਨਹੀਂ ਹੁੰਦਾ ਤੇ ਅਸੀਂ ਉੱਥੇ ਕੰਪਰੋਮਾਈਜ਼ ਕਰਕੇ ਬਹਿ ਜਾਂਦੇ ਹਾਂ। ਬੜੇ ਵੱਡੇ ਪ੍ਰਚਾਰਕਾਂ ਨੂੰ ਫਿਰ ਮੈਨੂੰ ਕਹਿੰਦੇ ਤੁਸੀਂ ਆਲੋਚਨਾ ਕਰਦੇ ਹੋ। ਭਾਈ ਮੈਂ ਰੱਬ ਦਾ ਵਾਸਤਾ ਮੈਂ ਕਿਸੇ ਦੀ ਆਲੋਚਨਾ ਨਹੀਂ ਕਰਦਾ, ਨਾ ਮੈਨੂੰ ਪ੍ਰਭੂ ਨੇ ਆਲੋਚਨਾ ਕਰਨ ਦੇ ਲਈ ਪੈਦਾ ਕੀਤਾ ਹੈ। ਮੈਂ ਤੇ ਦੱਸਦਾ ਆ, ਉਹ ਕਈਆਂ ਦੇ ਲਈ ਜ਼ਿੰਦਗੀ ਬਣਦੀ ਹੈ ਤੇ ਕਈਆਂ ਦੇ ਲਈ ਆਲੋਚਨਾ ਬਣ ਜਾਂਦੀ ਹੈ। ਯਿਸੂ ਮਸੀਹ ਨੇ ਕਿਹਾ ਇਹ ਤੇ ਉਹ ਪੱਥਰ ਆ ਜਿਹੜਾ ਰੱਖਿਆ ਗਿਆ ਆ, ਕਈ ਤੇ ਠੇਡਾ ਖਾ ਕੇ ਤਾਂ ਡਿੱਗਣਗੇ, ਤੇ ਜੇ ਕਿਤੇ ਇਹ ਕਿਸੇ ਉੱਤੇ ਡਿੱਗ ਪਿਆ ਤੇ ਉਹਨੂੰ ਫੇਰ ਸੁੱਟੇਗਾ। ਅਸੀਂ ਤੇ ਉਹ ਵਚਨ ਜਿਹਦੇ ਬਾਰੇ ਪ੍ਰਭੂ ਯਿਸੂ ਮਸੀਹ ਕਹਿੰਦਾ ਉਹ ਦੱਸਦੇ ਹੁਣ ਕਿਹਨੇ ਫਿਸ ਜਾਣਾ ਤੇ ਕਿਹਨੇ ਡਿੱਗ ਪੈਣਾ। ਇਹ ਤੇ ਹੁਣ ਉਹਦੀ ਆਪਣੀ ਜ਼ਿੰਮੇਵਾਰੀ ਹੈ ਨਾ। ਸਾਨੂੰ ਤੇ ਬੰਦਾ ਤਾਂ ਚੈਲੰਜ ਕਰੇ ਵੀ ਤੁਸੀਂ ਆਲੋਚਨਾ ਕਰਦੇ ਹੋ ਵੀ ਜੇ ਅਸੀਂ ਵਚਨ ਤੋਂ ਬਾਹਰ ਕੋਈ ਗੱਲ ਕਰੀਏ ਔਰ ਉਹ ਜਾਂ ਵਚਨ ਦੇ ਆਤਮਿਕ ਭੇਤ ਨੂੰ ਸਰੀਰਕ ਭੇਤ ਕਰਕੇ ਦੱਸੀਏ ਤੇ ਫਿਰ ਤੇ ਅਸੀਂ ਹੈਗੇ ਗੁਨੇਗਾਰ।
ਤੇ ਜੇ ਅਸੀਂ ਆਤਮਿਕ ਭੇਤ ਨੂੰ ਆਤਮਿਕ ਤਰੀਕੇ ਦੇ ਨਾਲ ਹੀ ਦਸੀਏ ਤੇ ਫਿਰ ਪਿਆਰਿਓ ਜਿਹੜਾ ਕਹਿਣ ਵਾਲਾ ਨਾ ਅਸਲ ਆਲੋਚਕ ਉਹ ਆ, ਅਸੀਂ ਆਲੋਚਨਾ ਨਹੀਂ ਕਰਦੇ। ਤੇ ਫਿਰ ਸਮਝਣਾ ਪੈਣਾ, ਜੇ ਹਨੇਰੇ ਤੋਂ ਰੋਸ਼ਨੀ ਦੇ ਵਿੱਚ ਆ ਗਏ ਹੋ ਨਾ ਤੇ ਫਿਰ ਸਮਝੋ ਆਲੋਚਕ ਹੈ ਕੌਣ ਆ। ਆਲੋਚਨਾ ਕਰਨ ਵਾਲਾ ਉਹ ਠਹਿਰੇਗਾ ਜਿਹੜਾ ਸੱਚੇ ਵਚਨ ਦਾ ਸਾਹਮਣਾ ਕਰਦਾ ਹੈ, ਜਿਹੜਾ ਆਤਮਿਕ ਵਚਨ ਨੂੰ ਸਰੀਰਕ ਭੇਤ ਬਣਾ ਕੇ ਦੱਸਦਾ ਆ। ਤੇ ਜਿਹੜਾ ਆਤਮਿਕ ਵਚਨ ਨੂੰ ਆਤਮਿਕ ਵਚਨ ਸੁਣਾ ਕੇ ਦੱਸਦਾ ਆ ਉਹ ਕਦੇ ਆਲੋਚਕ ਨਹੀਂ ਹੋ ਸਕਦਾ, ਬਲਕਿ ਪਰਮੇਸ਼ਵਰ ਦਾ ਮੁਕਰਰ ਕੀਤਾ ਹੋਇਆ ਨੂਰ ਆ। ਤੇ ਨੂਰ ਦੀ ਪਹਿਚਾਣ ਆ, ਉਹ ਵੈਸਾ ਹੀ ਨੂਰ ਬਖੇਰੇਗਾ, ਉਹ ਵੈਸਾ ਹੀ ਨੂਰ ਫੈਲਾਏਗਾ ਜੈਸਾ ਨੂਰ ਉਹਦੇ ਵਿੱਚ ਹੈ। ਤੇ ਅਸੀਂ ਕੀ ਪ੍ਰਚਾਰ ਕਰ ਦਿੰਦੇ ਹਾਂ ਫਿਰ ਆਪਣੀ ਸੇਫਟੀ ਦੇ ਲਈ ਕਿ ਮਾਲਕ ਨੇ ਬੁਲਾਇਆ ਨੌਕਰਾਂ ਨੂੰ, ਉਹਨਾਂ ਨੂੰ ਕਿਹਾ ਕਿ ਅਸੀਂ ਚੰਗਾ ਬੀਜ ਨਹੀਂ ਸੀ ਬੀਜਿਆ, ਫਿਰ ਜੰਗਲੀ ਬੂਟੀ ਕਿੱਥੋਂ ਉੱਗ ਪਈ ਜਦ ਅਸੀਂ ਸੌਂ ਗਏ ਸੀ ਤੇ ਵੈਰੀ ਨੂੰ ਮੌਕਾ ਮਿਲਿਆ। ਇਹ ਅਗਲੀ ਗੱਲ ਫੜ ਲਈ, ਇੱਥੇ ਕਹੋ ਨਾ, ਪਹਿਲਾਂ ਇੱਥੇ ਕਹੋ, ਪਹਿਲਾਂ ਵਚਨ ਨੂੰ ਸਮਝੀਏ, ਪਹਿਲਾਂ ਤਾਂ ਇੱਥੇ ਟਿਕੋ। ਵੈਰੀ ਨੂੰ ਮੌਕਾ ਕਦੋਂ ਮਿਲਿਆ? ਇਹ ਨਿਯਮ ਨਹੀਂ ਆ, ਇਹ ਵਿਵਸਥਾ ਨਹੀਂ ਆ, ਇਹ ਕਾਨੂੰਨ ਨਹੀਂ ਜਿਹੜਾ ਪ੍ਰਭੂ ਯਿਸੂ ਮਸੀਹ ਦੱਸਦਾ ਪਿਆ ਆ, ਬਲਕਿ ਜੜੀ ਬੂਟੀ ਖੇਤ 'ਚ ਆਈ ਕਿਉਂ ਆ ਇਹ ਦੱਸਦਾ ਪਿਆ ਵਜ੍ਹਾ ਪ੍ਰਭੂ ਯਿਸੂ ਮਸੀਹ। ਜਾਗੋ ਤੇ ਦੁਆ ਕਰੋ, ਲਗਾਤਾਰ ਦੁਆ ਕਰੋ, ਤੁਹਾਡੇ ਲੱਕ ਬੰਨੇ ਤੇ ਦੀਵੇ ਬਲਦੇ ਰਹਿਣ, ਤੁਸੀਂ ਜਾਗਦੇ ਰਹੋ। ਇਸ ਸਾਰੀ ਗੱਲ ਨੂੰ ਦੱਸਣ ਦੇ ਪਿੱਛੇ ਦਾ ਕਾਰਨ ਇਹ ਆ, ਯਿਸੂ ਮਸੀਹ ਦੱਸਣਾ ਚਾਹੁੰਦਾ ਉਹ ਸੌਂ ਗਏ ਸੀ ਤਾਂ ਕਰਕੇ ਵੈਰੀ ਨੂੰ ਮੌਕਾ ਮਿਲਿਆ। ਜੇ ਸੌਂਦੇ ਨਾ ਤੇ ਕਦੇ ਜੜੀ ਬੂਟੀ ਉੱਥੇ ਆਉਂਦੀ ਨਾ। ਤੇ ਅੱਜ ਕਹਿੰਦੇ ਨਹੀਂ ਜੀ, ਕਿਹਾ ਆ ਪ੍ਰਭੂ ਯਿਸੂ ਮਸੀਹ ਨੇ ਹੁਣ ਤੇ ਇਕੱਠੀ ਵਧੂਗੀ, ਉਹ ਪਹਿਲਾਂ ਉਹਨੂੰ ਉਗਣ ਦੇ ਦਿਓ ਫਿਰ ਵਧੂਗੀ ਨਾ। ਤੁਸੀਂ ਯੋਧੇ ਹੋ, ਤੁਸੀਂ ਜਰਾਵਰ ਹੋ, ਜਾਗੋ। ਕੋਈ ਬੀਜ ਕਿੱਦਾਂ ਜਾਵੇ? ਕੰਮ ਕਰ ਤੇ ਨਾਲੇ ਰਾਖੀ ਕਰ, ਆਦਮ ਦੀ ਡਿਊਟੀ ਹੈ। ਕੰਮ ਕਰ ਤੇ ਰਾਖੀ ਕਰ। ਜੇ ਵੈਰੀ ਬੀਜਦਾ ਨਾ ਜੰਗਲੀ ਬੂਟੀ ਦਾ ਬੀਜ, ਕਸੂਰ ਖੇਤ ਦਾ ਨਹੀਂ, ਕਸੂਰ ਚੰਗੇ ਬੀਜ ਦਾ ਨਹੀਂ, ਕਸੂਰ ਉਹਨਾਂ ਦਾ ਆ ਜਿਨ੍ਹਾਂ ਨੂੰ ਪ੍ਰਭੂ ਨੇ ਕਿਹਾ ਕੰਮ ਕਰ ਤੇ ਰਾਖੀ ਕਰ, ਰਾਖੀ ਨਹੀਂ ਕੀਤੀ। ਰਾਖੀ ਇਸ ਲਈ ਨਹੀਂ ਕੀਤੀ ਕਿਉਂਕਿ ਇਹ ਭੇਡਾਂ ਨੂੰ ਚਰਾਉਣ ਵਾਲੇ ਨਹੀਂ, ਭੇਡਾਂ ਨੂੰ ਪਾੜ ਕੇ ਖਾਣ ਵਾਲੇ ਬਣ ਗਏ ਆ। ਇਹਨਾਂ ਨੂੰ ਪਤਾ ਜੇ ਇਹ ਸਲਾਮਤ ਰਹੀ ਤੇ ਅਸੀਂ ਮਾਰ ਕੇ ਖਾ ਜਾਣੀ, ਤੇ ਜੇ ਕਿਤੇ ਬਘਿਆੜ ਇਹਨੂੰ ਪਾੜ ਖਾ ਗਿਆ, ਕਿਤੇ ਸੁੱਟ ਗਿਆ ਤੇ ਅਸੀਂ ਬਚੀ ਹੋਈ ਖਾ ਜਾਣੀ। ਤੇ ਕੰਮ ਤੇ ਸਾਡਾ ਇੰਨਾ ਕੀ ਹੈ? ਪ੍ਰਭੂ ਯਿਸੂ ਮਸੀਹ ਜਾਗਰਤ ਕਰਕੇ ਗਿਆ। ਜਾਗਦੇ ਰਹੋ। ਤੁਹਾਡਾ ਵਿਰੋਧੀ ਸ਼ੇਰ ਸ਼ੈਤਾਨ ਜਿਹੜਾ ਨਾ, ਵਿਰੋਧੀ ਸ਼ੈਤਾਨ, ਉਹ ਪਾੜ ਖਾਣ ਵਾਲੇ ਸ਼ੇਰ ਵਾਂਗੂ ਲੱਭਦਾ ਫਿਰਦਾ ਕਿਹਨੂੰ ਪਾੜ ਖਾਵਾਂ। ਜਾਗਦੇ ਰਹੋ। ਹੁਣ ਪਾੜ ਖਾਣ ਕਿਹਨੂੰ ਆਊ? ਜਿਹੜਾ ਜਾਗਦਾ ਨਹੀਂ ਹੈ। ਤੇ ਜਿਹੜਾ ਜਾਗਦਾ ਉਹ ਤਿਆਰੀ ਰੱਖੂਗਾ। ਕਾਹਦੀ ਭਲਾ? ਕਿ ਪ੍ਰਭੂ ਯਿਸੂ ਮਸੀਹ ਕਹਿ ਕੇ ਗਏ ਆ, ਤੁਹਾਡਾ ਵਿਰੋਧੀ ਸ਼ੈਤਾਨ ਪਾੜ ਖਾਣ ਵਾਲੇ ਸ਼ੇਰ ਵਾਂਗੂ ਭਾਲਦਾ ਫਿਰਦਾ, ਮੈਂ ਕਿਹਨੂੰ ਪਾੜ ਖਾਵਾਂ। ਤੇ ਫਿਰ ਤੁਸੀਂ ਪੂਰੇ ਅਸਤਰ ਸ਼ਸਤਰ ਲੈ ਕੇ ਬੈਠੋਗੇ ਤੇ ਇੱਕ ਰਖਵਾਲੇ ਵਾਂਗੂ ਪੂਰੀ ਰਾਖੀ ਕਰੋਗੇ।
ਵਿਰੋਧੀ ਦੀ ਜੁਰਤ ਕੀ ਆ? ਇਹ ਹੁਣ ਉਸ ਚੰਗੇ ਬੀਜ ਦੇ ਵਿੱਚ ਆਪਣਾ ਛਿੱਟਾ ਦੇ ਸਕੇ, ਬਸ਼ਰਤੇ ਕਿ ਜੇ ਜਾਗਦੇ ਹੋ। ਰੋਂਦੇ ਫਿਰਦੇ ਕਈ ਵਿਚਾਰੇ ਮੈਨੂੰ ਫੋਨ ਕਰਦੇ, ਸਾਡੇ ਲਾਗੇ ਉਹਨਾਂ ਨੇ ਬ੍ਰਾਂਚ ਖੋਲ ਲਈ ਅੰਕਲ ਨਰੂਲਾ ਜੀ ਨੇ, ਸਾਡੇ ਲਾਗੇ ਬ੍ਰਾਂਚ ਖੋਲ ਲਈ ਅੰਕਲ ਨਰੂਲਾ ਜੀ ਨੇ, ਸਾਡੇ ਲਾਗੇ ਬ੍ਰਾਂਚ ਖੋਲ ਲਈ ਨਰੂਲਾ ਜੀ ਨੇ। ਕਿਉਂ ਖੋਲ ਲਈ? ਬ੍ਰਾਂਚ ਖੁੱਲ ਕਿੱਦਾਂ ਗਈ? ਇਹ ਖੁੱਲਣੀ ਸੀਗੀ, ਕਿਉਂਕਿ ਜੋ ਤੁਹਾਨੂੰ ਕਰਨਾ ਚਾਹੀਦਾ ਸੀ ਉਹ ਤੁਸੀਂ ਨਹੀਂ ਕੀਤਾ, ਅਗਲਿਆਂ ਨੇ ਕੀਤਾ। ਤੁਹਾਡੇ ਕੋਲ ਤਾਂ ਜਿਹੜਾ ਸੀਗਾ ਤੁਸੀਂ ਤੇ ਉਹ ਨਹੀਂ ਸੰਭਾਲ ਸਕੇ। ਤੁਹਾਡੇ ਕੋਲ ਤਾਂ ਜਿਹੜੀ ਇੱਕ ਸੀ ਨਾ ਮੇਨ, ਜਿਹਦੇ ਵਿੱਚੋਂ ਬ੍ਰਾਂਚ ਨਿਕਲਣੀ ਚਾਹੀਦੀ ਸੀ, ਤੁਸੀਂ ਤੇ ਉਹ ਮੇਨ ਨੂੰ ਨਹੀਂ ਸਾਂਭ ਸਕੇ। ਤੇ ਚਾਹੀਦਾ ਤਾਂ ਸੀ ਤੁਹਾਡੇ ਵਿੱਚੋਂ ਨਿਕਲਦੀਆਂ ਬ੍ਰਾਂਚਾਂ। ਤੇ ਪ੍ਰਭੂ ਨੇ ਤੁਹਾਡੇ ਨਿਕੰਮੇਪਨ ਨੂੰ ਵੇਖਿਆ ਤੇ ਉਹਨੂੰ ਪਤਾ ਲੱਗ ਗਿਆ ਇਹ ਬਾਂਝ ਭੇਡਾਂ ਆ, ਇਹ ਸੂਣ ਵਾਲੀਆਂ ਨਹੀਂ। ਇਸ ਲਈ ਫਿਰ ਤੁਹਾਡੇ ਕੋਲੋਂ ਸੇਵਾ ਲੈ ਕੇ ਉਹਨੇ ਉਹਨਾਂ ਨੂੰ ਦੇ ਦਿੱਤੀ ਜਿਹੜੇ ਵਧਾ ਸਕਦੇ। ਇੱਥੇ ਆਉਂਦੀ ਹੈ ਵੀ ਕੀ ਆਲੋਚਨਾ ਕੀਤੀ ਜਾਵੇ ਜਾਂ ਕਿ ਸਿੱਖਿਆ ਲਈ ਜਾਵੇ। ਇੱਥੇ ਵਿਸ਼ਾ ਆਲੋਚਨਾ ਕਰਨ ਦਾ ਨਹੀਂ। ਜਦੋਂ ਆਲੋਚਨਾ ਕਰਨ ਵਾਲੀ ਗੱਲ ਹੁੰਦੀ ਉਦੋਂ ਆਲੋਚਨਾ ਵੀ ਕਰੀਦੀ ਹੈ। ਪਾਸਟਰ ਅੰਕਲ ਨਰੂਲਾ ਦੀ ਵੀ ਕਰੀਦੀ ਹੈ, ਦੀਨਾਕਰਨ ਉਹਨਾਂ ਦੀ ਵੀ ਕਰੀਦੀ, ਬੈਨਹੀਨ ਉਹਨਾਂ ਦੀ ਵੀ। ਜਿੱਥੇ ਆਲੋਚਨਾ ਵਾਲੀ ਗੱਲ ਆ ਉੱਥੇ ਆਲੋਚਨਾ ਵੀ ਕਰੀਦੀ ਹੈ, ਪਰ ਜਿੱਥੇ ਕਿਸੇ ਦੀ ਪ੍ਰਸ਼ੰਸਾ ਦੀ ਗੱਲ ਆ ਉੱਥੇ ਪ੍ਰਸ਼ੰਸਾ ਵੀ ਕਰਨੀ ਪੈਂਦੀ। ਕਿਉਂ? ਕਿਉਂਕਿ ਲਿਖਿਆ ਹਾਏ ਉਹਦੇ ਉੱਤੇ ਜਿਹੜਾ ਠੀਕ ਨੂੰ ਗਲਤ ਤੇ ਗਲਤ ਨੂੰ ਠੀਕ ਕਵੇ। ਸਾਡੇ ਕੋਲ ਤਾਂ ਮੇਨ ਜਿਹੜੀ ਸੀ ਨਾ ਜਿਹ ਚੋਂ ਬ੍ਰਾਂਚਾਂ ਨਿਕਲਣੀਆਂ ਸੀ ਉਹੋ ਹੀ ਨਹੀਂ ਸਾਂਭੀ ਜਾ ਸਕੀ। ਉਹਦੇ ਵਿੱਚੋਂ ਟੁੱਟ ਕੇ ਲੋਕੀ ਉਹਨਾਂ ਦੀਆਂ ਫਿਰ ਬ੍ਰਾਂਚਾਂ ਵਿੱਚ ਜਾਣੇ ਸ਼ੁਰੂ ਹੋਏ। ਕਿਉਂ? ਕਿਉਂਕਿ ਤੁਸੀਂ ਸੁੱਤੇ ਸੀ, ਤੁਸੀਂ ਜਾਗਦੇ ਨਹੀਂ ਸੀ। ਅਗਲੇ ਜਾਗਦੇ ਆ। ਬਣਾਇਆ ਨਾ ਉਹਨਾਂ ਨੇ ਪ੍ਰਾਰਥਨਾ ਦਾ ਪਹਾੜ, ਤੇ ਤੁਹਾਡੇ ਕੋਲ ਤੇ ਇੱਕ ਟੀਸੀ ਜੀ ਨਹੀਂ ਬਣੀ। ਅਗਲੇ ਨੇ ਲਾਏ ਨਾ ਪ੍ਰਾਰਥਨਾ ਯੋਧੇ, 24 ਆਵਰ ਚੱਲਦੀ ਪ੍ਰਾਰਥਨਾ। ਬ੍ਰਾਂਚਾਂ ਤੇ ਆਪੇ ਖੁੱਲਣੀਆਂ। ਤੇ ਤੁਸੀਂ ਕੀ ਕੀਤਾ? ਸਿਰਫ ਰੋਣਾ ਧੋਣਾ, ਸਿਰਫ ਇਲਜ਼ਾਮ। ਬੀਜ ਚੰਗਾ ਬੀਜਿਆ ਸੀ, ਜੜੀ ਬੂਟੀ ਕਿੱਥੋਂ ਆ ਗਈ? ਕਹਿੰਦੇ ਜਦੋਂ ਸੋ ਰਹੇ ਸੀ। ਰਾਖੀ ਕਰਨੀ ਚਾਹੀਦੀ ਸੀ ਨਾ ਬੀਜ ਕੇ, ਪਰ ਕੀਤੀ ਨਹੀਂ। ਤੇ ਜਦੋਂ ਰਾਖੀ ਨਹੀਂ ਕਰਾਂਗੇ ਪਿਆਰਿਓ, ਫਿਰ ਬਚਾਅ ਨਹੀਂ ਹੋ ਸਕਦਾ। ਤੇ ਪਰਮੇਸ਼ਵਰ ਨੇ ਇਸ ਗਲਤੀ ਦਾ, ਇਸ ਗੁਨਾਹ ਦਾ ਵੀ ਸਾਡੇ ਕੋਲ ਹਿਸਾਬ ਮੰਗਣਾ ਕਿ ਬੀਜ ਜਦੋਂ ਤੁਹਾਡੇ ਕੋਲ ਚੰਗਾ ਸੀ, ਬੀਜਿਆ ਵੀ ਠੀਕ ਰੀਤੀ ਦੇ ਨਾਲ ਗਿਆ ਸੀ, ਫਿਰ ਵੈਰੀ ਕਿੱਦਾਂ ਬੀਜ ਗਿਆ ਆਪਣਾ ਬੀਜ, ਇਹਦਾ ਵੀ ਹਿਸਾਬ ਮੰਗਿਆ ਜਾਣਾ। ਤੇ ਪਰਮੇਸ਼ਵਰ ਦੀ ਨਿਯਮ ਦੇ ਵਿੱਚ ਆ ਕਿ ਜੋ ਕੁਛ ਤੁਹਾਨੂੰ ਦਿੱਤਾ, ਜਦੋਂ ਤੁਸੀਂ ਉਹਨੂੰ ਸਾਂਭ ਨਾ ਸਕੋਗੇ ਤੇ ਪਰਮੇਸ਼ਵਰ ਫਿਰ ਤੁਹਾਡੇ ਕੋਲੋਂ ਲੈ ਕੇ ਉਹਨਾਂ ਨੂੰ ਦਵੇਗਾ ਫਿਰ ਜਿਹੜੇ ਮਿਹਨਤ ਕਰਦੇ। ਤੁਸੀਂ ਵੀ ਕਰੋ ਨਾ ਉਹਨਾਂ ਜਿੰਨੀ ਮਿਹਨਤ। ਸੌਂਦੇ ਨੇਗੇ, ਦਿਨ ਰਾਤ ਲੱਗੀਆਂ ਟੀਮਾਂ ਵੀ ਤੇ ਆਪ ਵੀ ਨਹੀਂ ਸੌਂਦੇ। 7-7 ਘੰਟੇ, 8-8 ਘੰਟੇ, 9-9 ਘੰਟੇ ਜਿਸ ਸ਼ਖਸ ਨੇ ਪ੍ਰਾਰਥਨਾ ਦੇ ਵਿੱਚ ਰਹਿਣਾ ਆ, ਸੇਵਾ ਤੇ ਆਪਣੇ ਆਪ ਵਧਣੀ ਆ।
ਇੱਥੇ ਫਿਰ ਆਲੋਚਨਾ ਨਹੀਂ। ਟਰੱਕਾਂ ਦੇ ਪਿੱਛੇ ਸਾਡੇ ਪੰਜਾਬੀਆਂ ਦੇ ਆਮ ਹੀ ਲਿਖਿਆ ਹੁੰਦਾ, ਸੜ ਨਾ ਰੀਸ ਕਰ। ਤੇ ਰੀਸ ਤੇ ਸਾਡੇ ਕੋਲ ਕੀਤੀ ਨਹੀਂ ਜਾਣੀ, ਕਿਉਂਕਿ ਓਡੀ ਮਿਹਨਤ ਨਹੀਂ ਹੋਣੀ। ਫਿਰ ਚੀਕਾਂ ਮਾਰਨੀਆਂ, ਸਾਡੇ ਚਰਚ ਦੇ ਲਾਗੇ ਬ੍ਰਾਂਚ ਖੁੱਲ ਗਈ, ਉਹ ਖੁੱਲਣੀਆਂ ਅਜੇ ਹੋਰ ਖੁੱਲਣੀਆਂ, ਕਿਉਂਕਿ ਤੁਸੀਂ ਇਸ ਯੋਗ ਨਹੀਂ ਕਿ ਜੋ ਤੁਹਾਡੇ ਕੋਲ ਹੈਗਾ ਉਹਨੂੰ ਸਾਂਭ ਸਕੋ। ਤੇ ਪਰਮੇਸ਼ਵਰ ਨੇ ਫਿਰ ਉਹਨੂੰ ਹੀ ਦੇਣਾ ਆ ਖੋ ਕੇ। ਕਹਿੰਦਾ ਇੱਕ ਲੈ ਲਓ ਇੱਕ ਤੋੜਾ, ਉਹਨੂੰ ਦਿਓ ਜਿਹਨੇ 5 ਦੇ 10 ਕੀਤੇ ਸੀ। ਮਿਹਨਤੀ ਸੀ, ਕੰਮ ਕਰਨ ਵਾਲਾ ਸੀ, ਤੇ ਕੰਮ ਕਰਨ ਵਾਲੇ ਤੋਂ ਪਰਮੇਸ਼ਵਰ ਖੁਸ਼ ਆ। ਸਿੱਖ ਰਹੇ ਆ, ਪਰਮੇਸ਼ਵਰ ਆਪ ਵੀ ਕੰਮ ਕਰਦਾ ਆ, ਤੇ ਉਹ ਚਾਹੁੰਦਾ ਹੈ ਜਿਹੜੇ ਉਹਦੇ ਵਿੱਚ ਆ ਉਹ ਵੀ ਕੰਮ ਕਰਨ, ਤੇ ਕੰਮ ਕਰਨ ਵਾਲਿਆਂ ਤੋਂ ਖੁਸ਼ ਆ। ਨਿਆਂ ਦਾ ਦਿਨ ਤੇ ਉਹਨੇ ਠਹਿਰਾਇਆ ਹੋਇਆ। ਜੇ ਅਸੀਂ ਸੇਵਾ ਦੇ ਵਿੱਚ ਕੁਝ ਗੜਬੜ ਕਰਦੇ ਆ, ਉਹਦੀ ਸਜ਼ਾ ਸਾਨੂੰ 100% ਮਿਲੂਗੀ, ਇਹਦੇ 'ਚ ਕੋਈ ਦੋ ਰਾਏ ਨਹੀਂ। ਉਹ ਕੋਈ ਹੋਵੇ ਬਖਸ਼ਿਆ ਨਹੀਂ ਜਾਵੇਗਾ। ਜਦੋਂ ਪਰਮੇਸ਼ਵਰ ਦੇ ਇਨਸਾਫ ਦੇ ਤਰਾਜੂ ਦੇ ਵਿੱਚ ਤੋਲਿਆ ਜਾਣਾ, ਉਦੋਂ ਸਿਰਫ ਉਹੋ ਹੀ ਹੋਣਾ। ਪਿਆਰੇ ਅਜੀਜ਼ੋ, ਸਮਝਿਓ ਗੱਲ ਨੂੰ। ਜਿਹੜੀਆਂ ਆਇਤਾਂ ਸਾਨੂੰ ਵਾਰਨਿੰਗ ਦੇ ਲਈ ਪਰਮੇਸ਼ਵਰ ਨੇ ਦਿੱਤੀਆਂ ਨਾ, ਉਹਨਾਂ ਆਇਤਾਂ ਨੂੰ ਅਸੀਂ ਵਾਰਨਿੰਗ ਦੀ ਤੌਰ ਤੇ ਲੈ ਕੇ ਉਹਨਾਂ ਤੇ ਕੰਮ ਨਹੀਂ ਕੀਤਾ, ਬਲਕਿ ਉਹਨਾਂ ਆਇਤਾਂ ਨੂੰ ਅਸੀਂ ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣ ਦੇ ਲਈ ਇਸਤੇਮਾਲ ਕੀਤਾ। ਤੇ ਉਹਦਾ ਨਤੀਜਾ ਤੇ ਫਿਰ ਭੁਗਤਣਾ ਪੈਣਾ। ਕਹਿੰਦਾ ਜਦੋਂ ਸੌ ਰਹੇ ਸੀ ਜੀ, ਉਦੋਂ ਆਇਆ ਤੇ ਉਹ ਆਪਣਾ ਛਿੱਟਾ ਦੇ ਗਿਆ। ਤੇ ਅੱਜ ਜੇ ਕੋਈ ਆਪਣੇ ਆਪ ਨੂੰ ਪਾਸਟਰ ਕਹਾਉਂਦਾ, ਅੱਜ ਅਗਰ ਕੋਈ ਇਹ ਕਹਿੰਦਾ ਕਿ ਪ੍ਰਭੂ ਨੇ ਮੈਨੂੰ ਸੇਵਾ ਦਿੱਤੀ ਹੈ, ਤੇ ਅਗਰ ਉਹ ਇਸ ਵਚਨ ਦਾ ਸਹਾਰਾ ਲੈਂਦਾ, ਤੇ ਮੈਂ ਸਮਝਦਾ ਉਹਨੂੰ ਸੇਵਾ ਛੱਡ ਦੇਣੀ ਚਾਹੀਦੀ ਹੈ। ਜੇ ਕੋਈ ਕਹਿੰਦਾ ਨਾ ਕਿ ਹੁਣ ਤੇ ਇਹ ਇਕੱਠੀ ਵਧਣੀ ਆ, ਤੇ ਫਿਰ ਉਹਨੂੰ ਸੇਵਾ ਦਾ ਕੋਈ ਹੱਕ ਨਹੀਂ। ਖੁਦਾਵੰਦ ਖੁਦਾ ਨੇ ਨਿਊਯਾਰਕ ਦੇ ਵਿੱਚ ਸੇਵਕਾਈ ਦਿੱਤੀ, ਜਿਹੜੀ ਰੂਬਰੂ ਲੋਕਾਂ ਦੇ ਵਿੱਚ ਕਰਦੇ ਆ। ਉੱਦਾਂ ਤੇ ਆਨਲਾਈਨ ਥਰੂ ਤੇ ਹਜ਼ਾਰੋਂ ਹਜ਼ਾਰ ਲੋਕ ਜੁੜੇ ਹੋਏ ਆ, ਲੇਕਿਨ ਜਿਹੜਾ ਰੂਬਰੂ ਹੋ ਕੇ ਸਾਹਮਣੇ ਬੈਠੇ ਲੋਕਾਂ ਦੇ ਵਿੱਚ ਕਰਦੇ ਆ, ਉਹ ਬੇਸ਼ੱਕ ਗਿਣਤੀ ਦੇ ਵਿੱਚ ਥੋੜੇ ਆ, ਲੇਕਿਨ ਪਰਮੇਸ਼ਵਰ ਦੇ ਵਿੱਚ ਇੰਨਾ ਭਰੋਸਾ ਤੇ ਆਪਣੇ ਕੰਮ ਦੇ ਉੱਤੇ ਇੰਨਾ ਮਾਣ ਆ, ਭਾਵੇਂ ਕਿੱਡਾ ਵੀ ਕੋਈ ਨਾਮੀ ਹੋਵੇ, ਇੱਥੇ ਉਹ ਆਪਣਾ ਬੀਜ ਸਕਦਾ ਨਹੀਂ। ਇੱਥੇ ਬੀਜ ਬੀਜਣ ਦੀ ਉਹਨੂੰ ਜਗ੍ਹਾ ਮਿਲ ਸਕਦੀ ਨਹੀਂ। ਇੱਥੇ ਕੋਈ ਵੀ ਟੱਸ ਤੋਂ ਮਸ ਹੋ ਸਕਦਾ ਨਹੀਂ। ਕਿਉਂ? ਕਿਉਂਕਿ ਪਰਮੇਸ਼ਵਰ ਨੇ ਕਿਹਾ, ਕੰਮ ਕਰ ਤੇ ਰਾਖੀ ਕਰ। ਤੁਸੀਂ ਤੇ ਘਬਰਾ ਜਾਂਦੇ ਹੋ। ਸਾਡੇ ਲਾਗੇ ਵੀ ਉਹਨਾਂ ਦੀ ਬ੍ਰਾਂਚ ਆ, ਲੇਕਿਨ ਕੋਈ ਨਹੀਂ ਗਿਆ ਸਾਡੇ ਵਿੱਚੋਂ। ਮਿਲਦੇ ਆ, ਪ੍ਰੇਮ ਵੀ ਆ। ਜਦੋਂ ਆਏ ਸੀ ਮੈਂ ਆਪ ਗਿਆ ਸੀ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ। ਇਸ ਤਰ੍ਹਾਂ ਇੱਕ ਦੂਜੇ ਨਾਲ ਮਿਲਣਾ ਅਲੱਗ ਗੱਲ ਆ, ਪਰ ਜਿੱਦਾਂ ਤੁਸੀਂ ਡਰਦੇ ਹੋ ਨਾ, ਜਿੱਦਾਂ ਤੁਸੀਂ ਘਬਰਾ ਜਾਂਦੇ ਹੋ ਬ੍ਰਾਂਚਾਂ ਖੁੱਲ੍ਹਣ ਤੋਂ। ਮੈਨੂੰ ਕਿਸੇ ਨੇ ਆ ਕੇ ਕਿਹਾ, ਕਹਿੰਦੇ ਗਿੱਲ ਸਾਹਿਬ ਜਿਹੜੇ 4 ਹੈਗੇ ਆ ਸਾਂਭ ਲਓ। ਮੈਂ ਕਿਹਾ ਕੀ ਹੋਇਆ? ਕਹਿੰਦੇ ਜੀ ਬ੍ਰਾਂਚ ਖੁੱਲ ਗਈ। ਮੈਂ ਕਿਹਾ ਜੀ ਉਹ ਤੇ ਦੂਰ ਖੁੱਲੀ ਆ, ਮੈਂ ਤੇ ਕਹਿੰਦਾ ਮੇਰੇ ਲਾਗੇ ਹੀ ਖੋਲ ਲੈਣ, ਮੈਨੂੰ ਕੋਈ ਪ੍ਰੋਬਲਮ ਨਹੀਂ। ਕਿਉਂਕਿ ਜੇ ਮੈਂ ਖੁਦਾ ਦਾ ਚੁਣਿਆ ਤੇ ਠਹਿਰਾਇਆ ਹੋਇਆ ਆ, ਤੇ ਫਿਰ ਮੇਰੇ ਲਈ ਇਹੋ ਜਿਹਾ ਚਿੰਤਾ ਦਾ ਵਿਸ਼ਾ ਕਦੇ ਹੋਣਾ ਚਾਹੀਦਾ ਨਹੀਂ। ਕਿਉਂ? ਉਸ ਨੂਰ ਦੇ ਵਿੱਚੋਂ ਮੈਂ ਨੂਰ ਪਾਇਆ, ਔਰ ਇਸ ਨੂਰ ਦਾ ਮੁਕਾਬਲਾ ਉਹੀ ਕਰੇਗਾ ਜਿਹਨੇ ਉਸੇ ਨੂਰ ਦੇ ਵਿੱਚੋਂ ਨੂਰ ਪਾਇਆ ਹੋਵੇਗਾ। ਦੂਜੇ ਦਾ ਤਾਂ ਮਤਲਬ ਹੀ ਕੋਈ ਨਹੀਂ। ਸੋ ਪਿਆਰੇ ਜੀਜੋ, ਸੜੋ ਨਹੀਂ, ਰੀਸ ਕਰੋ। ਰੌਸ਼ਨੀ ਜਦੋਂ ਆਉਂਦੀ ਹੈ,
ਔਰ ਜਦੋਂ ਉਹ ਪੂਰੇ ਯੋਵਨ 'ਚ ਆਉਂਦੀ ਹੈ ਹਨੇਰਾ ਤੇ ਹੁੰਦਾ ਹੀ ਨਹੀਂ। ਤੇ ਆਓ ਅੱਜ ਫੈਸਲਾ ਕਰੀਏ, ਅਸੀਂ ਸਭ ਜਿੰਨਿਆਂ ਨੂੰ ਵੀ ਪ੍ਰਭੂ ਨੇ ਸੇਵਾ ਦਿੱਤੀ ਹੈ, ਕਾਮਲ ਕੋਈ ਨਹੀਂ ਗਾ, ਇਹ ਯਾਦ ਰੱਖਣਾ। ਗਲਤੀਆਂ ਕੋਈ ਨਾ ਕੋਈ ਸਾਰਿਆਂ ਦੇ ਵਿੱਚ ਹੀ ਹੈਗੀਆਂ, ਕੋਈ ਮੰਨੇ ਤੇ ਭਾਵੇਂ ਨਾ ਮੰਨੇ। ਪਰ ਜੇ ਇਹ ਮਾਣ ਹੈ ਆਪਣੇ ਤਾਂ, ਜੇ ਸਾਡਾ ਵਿਵੇਕ ਸਾਡੇ ਉੱਤੇ ਦੋਸ਼ ਨਹੀਂ ਲਾਉਂਦਾ, ਜੇ ਸਾਡਾ ਮਨ ਸਾਨੂੰ ਦੋਸ਼ੀ ਨਹੀਂ ਠਹਿਰਾਉਂਦਾ, ਜੇ ਮਾਣ ਆ ਵੀ ਪਰਮੇਸ਼ਵਰ ਨੇ ਬੁਲਾਇਆ ਤੇ ਉਹਨੇ ਸੇਵਕਾਈ ਬਖਸ਼ੀ ਹੈ, ਤੇ ਆਓ ਅੱਜ ਤੋਂ ਫੈਸਲਾ ਕਰੀਏ। ਹਨੇਰੇ ਨੂੰ ਬੀਜ ਬੀਜਣ ਦੇਣਾ ਤੇ ਬੜੀ ਦੂਰ ਦੀ ਗੱਲ ਹੈ, ਹਨੇਰੇ ਨੂੰ ਲਾਗੇ ਫੜਕਣ ਵੀ ਨਹੀਂ ਦੇਵਾਂਗੇ। ਪਰ ਕਦੋਂ? ਜਦੋਂ ਰੌਸ਼ਨੀ ਦੇ ਵਿੱਚ ਚੱਲਣ ਦਾ ਫੈਸਲਾ ਲਵਾਂਗੇ। ਖੁਦਾ ਤੁਹਾਨੂੰ ਸਾਰਿਆਂ ਨੂੰ ਬੜੀ ਆਸ਼ੀਸ਼ ਦੇਵੇ। ਮੈਂ ਫਿਰ ਇੱਕ ਵਾਰੀ ਕਹਾਂਗਾ, ਉਹਨਾਂ ਹੀ ਵਰਸਾਂ ਨੂੰ ਦੁਬਾਰਾ ਪੜ੍ਹੋ ਜਿਹਨਾਂ ਨੂੰ ਤੁਸੀਂ ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣ ਦੇ ਲਈ ਢਾਲ ਬਣਾਇਆ। ਉਹੀ ਵਰਸਾਂ ਤੁਹਾਡੇ ਲਈ ਦਲੇਰੀ ਦੀ ਵਜ੍ਹਾ ਬਣਨਗੀਆਂ ਔਰ ਤੁਹਾਨੂੰ ਦੱਸਣਗੀਆਂ ਕਿ ਤੁਸੀਂ ਕਰਨਾ ਕੀ ਹੈ। ਕਿਸੇ ਦੀ ਖਿੱਚੀ ਹੋਈ ਲਕੀਰ ਨੂੰ ਛੇੜਨ ਦਾ ਨਹੀਂ ਕੋਈ ਫਾਇਦਾ ਹੁੰਦਾ। ਜੇ ਅਗਲੇ ਦੀ ਲਕੀਰ ਤੁਹਾਡੇ ਤੋਂ ਲੰਬੀ ਹੈ ਨਾ, ਉਹਨੂੰ ਛੇੜਿਆ ਨਹੀਂ ਗੱਲ ਬਣਨੀ। ਉਹਨੂੰ ਛੇੜੂਗੇ ਹੋਰ ਲੰਬੀ ਹੋਊਗੀ। ਤੁਸੀਂ ਆਪਣੀ ਇੱਕ ਲਾਈਨ ਬਣਾਓ, ਆਪਣੀ ਲਾਈਨ ਦੇ ਉੱਤੇ ਇੱਕ ਕੰਮ ਕਰੋ, ਆਪਣੀ ਲਾਈਨ ਨੂੰ ਅੱਗੇ ਲੈ ਕੇ ਜਾਓ। ਮਜ਼ਾ ਫੇਰਾ ਸੇਵਾ ਦਾ। ਇਹ ਥੋੜੀ ਕਿ ਫਲਾਨਾ ਆਹ ਕਰ ਗਿਆ ਜੀ, ਸਾਡੇ ਕੋਲ ਆ ਕੇ ਫਲਾਨਾ ਆਹ ਕਰ ਗਿਆ ਜੀ। ਤੁਸੀਂ ਸੌਂਦੇ ਸੀ, ਤੁਸੀਂ ਸੁੱਤੇ ਸੀ, ਤੁਸੀਂ ਜੋ ਸੇਵਾ ਖੁਦਾਵੰਦ ਖੁਦਾ ਨੇ ਤੁਹਾਨੂੰ ਤੁਹਾਡੇ ਦਿੱਤੇ ਹੋਏ ਜਿਹੜੇ ਲੋਕ ਸੀ ਤੁਹਾਨੂੰ ਦਿੱਤੇ ਸੀ ਨਾ, ਉਹਨੇ ਆਪਣੇ ਜਿਹੜੇ ਲੋਕ ਤੁਹਾਨੂੰ ਦਿੱਤੇ ਸੀ, ਉਹਨਾਂ ਵਿੱਚ ਤੁਸੀਂ ਉਸ ਤਰੀਕੇ ਨਾਲ ਕੰਮ ਨਹੀਂ ਕੀਤਾ ਜਿੱਦਾਂ ਕਰਨਾ ਚਾਹੀਦਾ ਸੀ। ਸੋ ਆਓ ਅੱਜ ਫੈਸਲਾ ਕਰੀਏ, ਮੈਂ ਕੰਮ ਵੀ ਕਰਾਂਗਾ, ਰਾਖੀ ਵੀ ਕਰਾਂਗਾ। ਮੈਂ ਸੜਾਂਗਾ ਨਹੀਂ, ਰੀਸ ਕਰਾਂਗਾ, ਔਰ ਆਤਮਿਕ ਜੀਵਨ ਦੇ ਵਿੱਚ ਰਹਿ ਕੇ ਰੀਸ ਕਰਾਂਗਾ। ਖੁਦਾ ਤੁਹਾਨੂੰ ਸਾਰਿਆਂ ਨੂੰ ਬੜੀ ਆਸ਼ੀਸ਼ ਦੇਵੇ। ਆਓ ਪ੍ਰਾਰਥਨਾ ਕਰਦੇ ਹਾਂ। ਪਿਆਰੇ ਖੁਦਾ, ਤੁਹਾਡਾ ਧੰਨਵਾਦ ਕਰਦੇ ਤੁਹਾਡੀ ਦਇਆ, ਤੁਹਾਡੀ ਮੁਹੱਬਤ ਦੇ ਲਈ, ਤੁਹਾਡੇ ਨੇਕ ਵਾਅਦਿਆਂ ਦੇ ਲਈ, ਤੁਹਾਡੇ ਵੱਲੋਂ ਦਿੱਤੀਆਂ ਗਈਆਂ ਚੇਤਾਵਨੀਆਂ ਦੇ ਲਈ, ਔਰ ਤੁਹਾਡੇ ਵੱਲੋਂ ਦਿੱਤੇ ਗਏ ਹੌਸਲੇ ਦੇ ਲਈ, ਔਰ ਤੁਹਾਡੇ ਉਸ ਨੂਰ ਦੇ ਲਈ ਜਿਹੜਾ ਤੁਸੀਂ ਸਾਡੇ ਉੱਤੇ ਪ੍ਰਗਟ ਕੀਤਾ, ਔਰ ਸਾਨੂੰ ਬੁਝਿਆ ਹੋਇਆਂ ਨੂੰ ਰੌਸ਼ਨ ਕੀਤਾ। ਖੁਦਾਵੰਦ, ਇਹਦੇ ਲਈ ਤੇਰੇ ਸ਼ੁਕਰਗੁਜ਼ਾਰ ਹੈ, ਔਰ ਪ੍ਰਾਰਥਨਾ ਕਰਦੇ ਹਾਂ ਇਹ ਰੌਸ਼ਨੀ ਬਹੁਤਿਆਂ ਤੱਕ ਉਹਨਾਂ ਦੇ ਜੀਵਨ ਦੇ ਵਿੱਚ ਰੌਸ਼ਨੀ ਲਿਆਉਣ ਵਾਲੀ ਬਣੇ। ਖੁਦਾਵੰਦ, ਇਹ ਰੌਸ਼ਨੀ ਨੂੰ ਸਿਰਫ ਅਸੀਂ ਆਪਣੇ ਤੱਕ ਹੀ ਸੀਮਤ ਰੱਖ ਕੇ ਨਾ ਬਹਿ ਜਾਈਏ, ਬਲਕਿ ਫੈਲੇ ਔਰ ਸਾਰੇ ਸੰਸਾਰ ਦੀਆਂ ਹੱਦਾਂ ਤੱਕ ਪਹੁੰਚੇ, ਤਾਂ ਕਿ ਜਿਸ ਮਕਸਦ ਦੇ ਲਈ ਤੁਸੀਂ ਆਪਣੇ ਲੋਕਾਂ ਨੂੰ ਬੁਲਾਇਆ, ਉਹ ਮਕਸਦ ਤੁਹਾਡੇ ਲੋਕਾਂ ਦੇ ਜੀਵਨ ਦੇ ਵਿੱਚ ਪੂਰਾ ਹੋ ਸਕੇ। ਖੁਦਾਵੰਦ ਖੁਦਾ, ਬਹੁਤ ਲੋਕਾਂ ਨੇ ਪ੍ਰਾਰਥਨਾ ਦੇ ਲਈ ਰਿਕੁਐਸਟ ਭੇਜੀਆਂ ਆਨਲਾਈਨ ਮਾਧਿਅਮ ਤੋਂ, ਸੋਸ਼ਲ ਮੀਡੀਆ ਦੇ ਦੁਆਰਾ, ਕਿਸੇ ਨੇ ਮੈਸੇਂਜਰ ਦੇ ਵਿੱਚ, ਕਿਸੇ ਨੇ WhatsApp ਦੇ ਦੁਆਰਾ, ਕਿਸੇ ਨੇ ਕਮੈਂਟਾਂ ਦੇ ਦੁਆਰਾ। ਉਹ ਸਾਰੇ ਲੋਕਾਂ ਨੂੰ ਤੇਰੇ ਤਖਤ ਦੇ ਅੱਗੇ ਲੈ ਕੇ ਆਉਂਦੇ ਆ। ਖੁਦਾਵੰਦ, ਤੁਸੀਂ ਹਰੇਕ ਦੀ ਸਮੱਸਿਆ ਤੋਂ ਵਾਕਫ ਹੋ, ਹਰੇਕ ਦੇ ਦੁੱਖ ਤਕਲੀਫ ਤੋਂ ਵਾਕਫ ਹੋ। ਖੁਦਾਵੰਦ, ਇੱਕ ਇੱਕ ਜ਼ਿੰਦਗੀ ਨੂੰ ਤੇਰੇ ਤਖਤ ਦੇ ਅੱਗੇ ਲੈ ਕੇ ਆਉਂਦੇ ਆ। ਤੇਰੇ ਵੱਡੇ ਰਹਿਮ ਨੂੰ ਹਰੇਕ ਜ਼ਿੰਦਗੀ ਦੇ ਲਈ ਮੰਗ ਲੈਂਦੇ ਆ। ਤੁਸੀਂ ਆਪਣਾ ਫਜਰ ਭਰਿਆ ਹੱਥ ਵਧਾਓ ਔਰ ਆਪਣੇ ਲੋਕਾਂ ਤੇ ਕਿਰਪਾ ਕਰੋ। ਸਾਡੀ ਪ੍ਰਾਰਥਨਾ ਨੂੰ ਸੁਣੋ, ਕਬੂਲ ਕਰੋ, ਮਸੀਹ ਯਿਸੂ ਦੇ ਨਾਮ ਦੇ ਵਿੱਚ, ਆਮੀਨ। ਹੁਣ ਸਾਡੇ ਖੁਦਾਵੰਦ ਯਿਸੂ ਮਸੀਹ ਦਾ ਫਜ਼ਲ, ਖੁਦਾ ਦੀ ਮੁਹੱਬਤ, ਪਾਕ ਰੂਹ ਦੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਉਹਦੇ ਤਮਾਮ ਲੋਕਾਂ ਦੇ ਨਾਲ ਬਣੀ ਰਹੇ। ਆਮੀਨ, ਆਮੀਨ। ਖੁਦਾ ਤੁਹਾਨੂੰ ਸਾਰਿਆਂ ਬੜੀ ਆਸ਼ੀਸ਼ ਦੇਵੇ, ਬੜੀ ਬਰਕਤ ਦੇਵੇ। ਇਸੇ ਤਰ੍ਹਾਂ ਖੁਦਾ ਦੀ ਇੱਛਾ ਦੇ ਨਾਲ ਅਸੀਂ ਉਹਦੇ ਵਚਨਾਂ ਨੂੰ ਸਿੱਖਦੇ ਰਵਾਂਗੇ ਜਦੋਂ ਤੱਕ ਪ੍ਰਭੂ ਇਸ ਧਰਤੀ ਦੇ ਉੱਤੇ ਨਹੀਂ ਆ ਜਾਂਦਾ ਸਾਨੂੰ ਲੈਣ ਵਾਸਤੇ। ਸੋ ਦੁਆਵਾਂ ਯਾਦ ਰੱਖਣਾ ਔਰ ਪ੍ਰਾਰਥਨਾ ਕਰਨਾ ਕਿ ਖੁਦਾਵੰਦ ਖੁਦਾ ਆਪਣੇ ਲੋਕਾਂ ਨੂੰ ਬਲ ਬਖਸ਼ੇ, ਤਾਂ ਕਿ ਉਹ ਸੁਸਤੀਆਂ, ਲਾਪਰਵਾਹੀਆਂ ਨੂੰ ਛੱਡ ਕੇ ਯੋਧਿਆਂ ਵਾਂਗੂ ਖੁਦਾ ਦੀ ਸੇਵਾ ਕਰਨ, ਤਾਂ ਕਿ ਉਹਦਾ ਨਾਮ ਜਲਾਲ ਪਾਵੇ। ਸਾਰਿਆਂ ਨੂੰ ਜੈ ਮਸੀਹ।